सचिन बिश्नोई जिहड़ा है वो जी फड़िया गया जी और उसने ਜਿਹੜੇ ਖੁਲਾਸੇ ਪਹਿਲਾਂ ਆਪ ਔਨ 에ਅਰ ਆ ਕੇ ਜਿਹੜੀਆਂ ਗੱਲਾਂ ਆ ਇੱਕ ਮੀਡੀਆ ਹਾਊਸ ਨੂੰ ਫੋਨ ਕਰਕੇ ਜਿਹੜੀਆਂ ਕੀਤੀਆਂ ਜੀ ਤੇ ਉਹਨੇ ਕਿਹਾ ਮੈਂ ਮਾਰਿਆ ਮੂਸੇ ਵਾਲੇ ਨੂੰ, ਇਹਨੇ ਸਾਡੇ ਭਰਾ ਦਾ ਜਿਹੜੇ ਕਾਤਲ ਸੀ ਉਹਨਾਂ ਨੂੰ ਪਨਾਹ ਦਿੱਤੀ ਜਾਂ ਉਹ ਗੱਲ ਹੋਈ। ਜੀ ਗੁਰਲਾਲ ਬਰਾੜ ਹੈ, ਵਿੱਕੀ ਮਿੱਟੂ ਖੇੜਾ ਹੈ, ਇਹ ਬੜਾ ਕੁਛ ਬਹੁਤ ਵੱਡੇ ਇੱਕ ਸਿਸਟਮ ਵੱਲ ਬਿਆਨ ਕਰਦਾ। ਜੇ ਅਸੀਂ ਸਦਾ ਬਲਕੌਰ ਸਿੰਘ ਦੇ ਦਿਲ ਦੇ ਦਰਦ ਦੀ ਗੱਲ ਨੂੰ ਅਸੀਂ ਸੁਣੀਏ ਜੀ ਤੇ ਉਹ ਅਲਟੀਮੇਟਮ ਦੇ ਚੁੱਕੇ ਨੇ ਸਰਕਾਰ ਨੂੰ। ਕੈਂਡਲ ਮਾਰਚ ਵੀ ਉਹਨਾਂ ਨੇ ਕੱਢਿਆ ਕਿ ਭਾਈ ਅਸੀਂ ਸਾਨੂੰ ਆਪਣੇ ਬੇਟੇ ਵਾਸਤੇ ਇਨਸਾਫ ਚਾਹੀਦਾ। ਜਿਹੜੇ ਅਸਲ ਵਿੱਚ 3 ਜਾਂ 4 ਮੁੱਖ ਸਾਜ਼ਿਸ਼ਕਰਤਾ ਨੇ ਜਾਂ ਸਾਜ਼ਿਸ਼ ਘਾੜੇ ਨੇ, ਉਹਨਾਂ ਵਿੱਚੋਂ ਗੋਲਡੀ ਬਰਾੜ ਹੈ, ਸਚਿਨ ਹੈ ਔਰ ਇੱਕ ਦੋ ਹੋਰ ਨੇ ਜਿਹੜੇ ਨੇ, ਉਹਨਾਂ ਦੇ ਨਾਮ ਜਿਹੜੇ ਨੇ ਲਿਪਨ ਹੈ ਉਸ ਦਾ ਨਾਮ ਹੈ। ਸਚਿਨ ਤੇ ਅਨਮੋਲ ਦੀ ਸਾਰੀ ਸਾਜ਼ਿਸ਼ ਜਿਹੜੀ ਆ ਉਹ ਦੱਸੀ ਜਾਂਦੀ ਹੈ। ਜਿਵੇਂ ਕਹਿੰਦੇ ਨੇ ਕਿ ਹੁਕਮ ਕਿਸੇ ਦਾ ਤੇ ਰਾਸ਼ਟਰਪਤੀ ਦਾ ਤੇ ਫੌਜ ਦੇ ਜਨਰਲ ਕੋਈ ਹੋਰ, ਇਹ ਉਸ ਪੱਧਰ ਦੀ ਮੈਂ ਇਹਨੂੰ ਗੱਲ ਸਮਝਦਾ। ਭਾਰਤ ਭੂਸ਼ਣ ਆਸ਼ੂ ਤੇ ਅੱਜ ਗ੍ਰਿਫਤ ਵਿੱਚ ਨੇ ਜੀ। ਮੈਂ ਤੇ ਤੁਹਾਨੂੰ 2-3 ਹੋਰ ਨਾਮ ਗਿਣਾ ਦਿੰਦਾ ਇਹੋ ਜਿਹਾ ਹੈ ਜੀ ਜਿਨ੍ਹਾਂ ਤੇ ਡਾਊਟ ਵੀ ਨਹੀਂ ਹੈ ਕੋਈ ਵੀ ਉਹ ਕਿਸੇ ਗ੍ਰਿਫਤ ਵਿੱਚ ਆਉਣਗੇ, ਕੋਈ ਇਹੋ ਜਿਹਾ ਲੱਗਦਾ ਵੀ ਨਹੀਂ ਹੈ। ਜੀ ਰਿਕਾਰਡਿੰਗਾਂ ਤੇ ਉਹਨਾਂ ਦੀਆਂ ਵੀ ਪਈਆਂ ਹੋਈਆਂ, ਉਹਨਾਂ ਤੇ ਕੀ ਕਾਰਵਾਈ ਹੋਈ। ਦਾਗੀ ਅਫਸਰ ਨੇ ਕੋਈ ਰੱਖੇ ਸਿੰਗਲਾ ਫੂਡ ਐਂਡ ਸਪਲਾਈ ਮਹਿਕਮੇ ਦੇ ਅਫਸਰ, ਤੇ ਉਹਨਾਂ ਨੂੰ ਵੱਡੀਆਂ ਵੱਡੀਆਂ ਅਹੁਦਿਆਂ ਤੇ ਪਦਵੀਆਂ ਤੇ ਬੈਠਣ ਦਾ ਮਾਣਨ ਦਾ ਮੌਕਾ ਮਿਲਿਆ ਆਸ਼ੂ ਸਾਹਿਬ ਦੇ ਰਾਜ ਦੇ ਵਿੱਚ ਜੀ। ਤੇ ਉਹ ਇਸ ਵੇਲੇ ਠੰਡੀਆਂ ਹਵਾਵਾਂ ਦੇ ਮੁਲਕ ਕੈਨੇਡਾ ਵਿੱਚ ਬੈਠੇ ਹੋਏ ਦੱਸੇ ਜਾਂਦੇ ਨੇ ਜੀ। ਤੇ ਜਿਸ ਦਿਨ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਗਲੇ ਨੂੰ ਹੱਥ ਪੈ ਸਕਦਾ, ਉਹ ਭੱਜ ਗਏ ਨੇ। ਮਲਾਈ ਤੁਸੀਂ ਜਦੋਂ ਕਿਤੇ ਇਕੱਠੀ ਕਰਨੀ ਹੋਵੇ ਜੀ ਫਿਰ ਤੁਸੀਂ ਲਾਓਗੇ ਤਾਂ ਉੱਥੇ ਆਪਣਾ ਉਹ ਬੰਦਾ ਜਿਹਨੇ ਮਲਾਈ ਵਿੱਚੋਂ ਮਾੜੇ ਮੋਟਾ ਆਪ ਸਵਾਦ ਦੇਖ ਕੇ ਤੇ ਬਾਕੀ ਤੁਹਾਨੂੰ ਫੜਾ ਦੇਣੀ ਹੋਵੇ ਜੀ। ਤੇ ਸਵਾਦ ਵੀ ਕਿਹੜਾ ਥੋੜਾ ਹੁੰਦਾ। ਇਹ ਜਿਹੜੀ ਮਲਾਈ ਹੈ ਜਦੋਂ ਸਾਰੇ ਪੰਜਾਬ ਦੀ ਹੋਵੇ, ਸਾਰੇ ਫੂਡ ਐਂਡ ਸਿਵਲ ਸਪਲਾਈ ਮਹਿਕਮੇ ਦੀ ਹੋਵੇ, ਟੈਂਡਰ ਵੱਡੇ ਵੱਡੇ ਹੋਣ, ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੋਈ ਵਿੱਚ ਕੀ ਹੋਵੇ। ਜਿਹੜੀ ਪੋਲੀਟੀਕਲ ਲੈਗੇਸੀ ਨੂੰ ਪ੍ਰੋਪਰ ਤਰੀਕੇ ਨਾਲ ਕੈਰੀ ਕਰਨ ਦੀ ਗੱਲ ਹੈ ਉਹ ਸਾਹਮਣੇ ਨਜ਼ਰ ਨਹੀਂ ਆਈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਰਣਿੰਦਰ ਸਿੰਘ ਜਿਹੜੇ ਨੇ ਉਹਨਾਂ ਦੇ ਸਪੁੱਤਰ ਜਿਹੜੇ ਨੇ, ਉਹ ਲੱਗਾ ਨਹੀਂ ਕਦੇ ਇਸ ਤਰ੍ਹਾਂ ਕਿ ਉਹ ਜਿਹੜਾ ਅਮਰਿੰਦਰ ਸਿੰਘ ਵਾਲਾ ਖਾਲੀ ਥਾਂ ਭਰ ਸਕਣਗੇ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ, ਤੇ ਚਰਚਾ ਕਰਾਂਗੇ ਅੱਜ ਦੇਸ਼ ਦੇ ਮੁੱਦਿਆਂ ਦੀ ਤੇ ਪੰਜਾਬ ਦੇ ਮੁੱਦਿਆਂ ਦੀ। ਮੇਰੇ ਨਾਲ ਡਿਸਕਸ਼ਨ ਕਰ ਰਹੇ ਰਹਿਣਗੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ ਨਿੱਘਾ ਜੀ ਆਇਆ ਜੀ। ਸਵਾਗਤ ਬਰਗਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਹੀਰ ਸਾਹਿਬ, ਜੇ ਪੰਜਾਬ ਦੀ ਸਿਆਸਤ ਤੋਂ ਗੱਲ ਤੋਰੀਏ ਤਾਂ 29 ਮਈ ਦਾ ਉਹ ਕਾਲਾ ਦਿਨ ਜਿਹੜਾ ਗਾਇਕੀ ਖੇਤਰ ਲਈ ਬੜਾ ਘਾਤਕ ਸਿੱਧ ਹੋਇਆ। ਮੇਰੀ ਮੁਰਾਦ ਹੈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਦੀ। ਜਦੋਂ ਖਬਰ ਲੋਕਾਂ ਵਿੱਚ ਆਉਂਦੀ ਆ ਤੇ ਉਸ ਖਬਰ ਨੇ ਹਜੇ ਵੀ ਪੰਜਾਬੀਆਂ ਨੂੰ ਬਹੁਤ ਵੱਡਾ ਦੁੱਖ ਦਰਦ ਦਿੱਤਾ ਹੋਇਆ। ਸਰਕਾਰ ਕਹਿੰਦੀ ਆ, ਪੁਲਿਸ ਕਹਿੰਦੀ ਆ ਕਿ ਅਸੀਂ ਕਾਤਲ ਫੜ ਲਏ ਨੇ, ਕੁਛ ਰਹਿੰਦੇ ਨੇ। ਕਿੱਥੇ ਕੁ ਤੱਕ ਹਜੇ ਜਿਹੜੀ ਜਾਂਚ ਆ ਪੰਜਾਬ ਸਰਕਾਰ ਦੀ ਜਿਹੜੀ ਕਹੀ ਤੇ ਕਥਨੀ ਵਿੱਚ ਕਿੰਨਾ ਕੁ ਫਰਕ ਆ ਰਿਹਾ ਜੀ? ਤੁਸੀਂ ਗੱਲ ਕੀਤੀ ਬਰਗਾ ਜੀ ਕਿ ਬੜਾ ਮੰਦਭਾਗਾ ਦਿਨ ਸੀ ਪੰਜਾਬੀ ਗਾਇਕੀ ਲਈ। ਮੈਂ ਕਹਿੰਦਾ ਜੋ ਪਿਛਲੇ ਸਾਲਾਂ ਦੇ ਵਿੱਚ ਗੈਂਗਵਾਰ ਦੀ ਭੇਂਟ ਚੜੇ ਨੇ ਸਾਡੇ ਨੌਜਵਾਨ ਜੀ, ਕਿੰਨੇ ਪਰਿਵਾਰ ਉਜੜੇ ਨੇ। ਤੇ ਅਸੀਂ ਚਾਹੇ ਕੋਈ ਕਿਸੇ ਤਰ੍ਹਾਂ ਦਾ ਵੀ ਹੋਵੇ, ਕੋਈ ਮਾਂ ਦੀ ਕੁੱਖ ਵਿੱਚੋਂ ਤਾਂ ਗੈਂਗਸਟਰ ਨਹੀਂ ਪੈਦਾ ਹੁੰਦਾ ਜੀ। ਕੋਈ ਕਾਰਨ ਤਾਂ ਰਹੇ ਹੋਣਗੇ ਜੀ, ਕਿਸੇ ਨੂੰ ਆਊਟਰਾਈਟਲੀ ਤੁਸੀਂ ਰਿਜੈਕਟ ਤਾਂ ਨਹੀਂ ਕਰਦੇ ਜੀ। ਜਦੋਂ ਤੁਸੀਂ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਦੇ ਹੋ। ਸਚਿਨ ਬਿਸ਼ਨੋਈ ਜਿਹੜਾ ਹੈ ਉਹ ਫੜਿਆ ਗਿਆ ਜੀ ਔਰ ਉਸ ਨੇ ਜਿਹੜੇ ਖੁਲਾਸੇ ਪਹਿਲਾਂ ਆਪ ਔਨ 에ਅਰ ਆ ਕੇ ਜਿਹੜੀਆਂ ਗੱਲਾਂ ਆ ਇੱਕ ਮੀਡੀਆ ਹਾਊਸ ਨੂੰ ਫੋਨ ਕਰਕੇ ਜਿਹੜੀਆਂ ਕੀਤੀਆਂ ਜੀ। ਤੇ ਉਹਨੇ ਕਿਹਾ ਮੈਂ ਮਾਰਿਆ ਮੂਸੇ ਵਾਲੇ ਨੂੰ, ਇਹਨੇ ਸਾਡੇ ਭਰਾ ਦਾ ਜਿਹੜੇ ਕਾਤਲ ਸੀ ਉਹਨਾਂ ਨੂੰ ਪਨਾਹ ਦਿੱਤੀ ਜਾਂ ਉਹ ਗੱਲ ਹੋਈ। ਗੁਰਲਾਲ ਬਰਾੜ ਹੈ, ਵਿੱਕੀ ਮਿੱਟੂ ਖੇੜਾ ਹੈ, ਇਹ ਬੜਾ ਕੁਛ ਬਹੁਤ ਵੱਡੇ ਇੱਕ ਸਿਸਟਮ ਵੱਲ ਬਿਆਨ ਕਰਦਾ। ਤੁਸੀਂ ਅੰਦਾਜ਼ਾ ਲਗਾਓ ਇਸ ਗੱਲ ਤੋਂ ਜੀ ਕਿ ਹੁਣ ਤੱਕ 122 ਦੇ ਕਰੀਬ ਵਿਅਕਤੀ ਜਿਹੜੇ ਨੇ ਉਹ ਇਸ ਕੇਸ ਦੀ ਲਪੇਟ ਵਿੱਚ ਲਏ ਗਏ ਨੇ। ਜੀ। 34 ਵਿਅਕਤੀਆਂ ਤੇ ਕੇਸ ਸਿੱਧੇ ਤੌਰ ਤੇ ਦਰਜ ਹੋਇਆ।
ਜੀ ਔਰ 1850 ਸਫ਼ੇ ਦੀ ਜਿਹੜੀ ਇੱਕ ਜਿਹੜੀ ਚਾਰਜ ਸ਼ੀਟ ਆ ਫਾਈਲ ਕੀਤੀ ਗਈ ਹੈ। 122 ਤੋਂ ਉੱਪਰ ਗਵਾਹ ਨੇ, ਕਿੰਨੇ ਅਫਸਰ ਲੱਗੇ ਹੋਏ ਨੇ, ਕਿੰਨੇ ਰਿਸੋਰਸਿਸ ਲੱਗੇ ਹੋਏ ਨੇ, ਵਿੱਚ ਹੀ ਪੰਜਾਬ ਦੀ ਪੁਲਿਸ ਹੈ, ਸਾਰੇ ਡਿਪਾਰਟਮੈਂਟ ਨੇ, ਇੱਥੋਂ ਤੱਕ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਇਸ ਦੇ ਵਿੱਚ ਜੁੜਿਆ ਹੋਇਆ ਕਿਸੇ ਨਾ ਕਿਸੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੂੰ ਲੈ ਕੇ। ਜੀ ਹੁਣ ਸਰਕਾਰ ਇਸ ਮਾਮਲੇ ਤੇ ਅੰਦਰ ਖਾਤੇ ਕਾਰਵਾਈ ਕਰ ਰਹੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਜੀ ਜੇ ਅਸੀਂ ਸਦਾ ਬਲਕੌਰ ਸਿੰਘ ਦੇ ਦਿਲ ਦੇ ਦਰਦ ਦੀ ਗੱਲ ਨੂੰ ਅਸੀਂ ਸੁਣੀਏ ਜੀ ਤੇ ਉਹ ਅਲਟੀਮੇਟਮ ਦੇ ਚੁੱਕੇ ਨੇ ਸਰਕਾਰ ਨੂੰ। ਕੈਂਡਲ ਮਾਰਚ ਵੀ ਉਹਨਾਂ ਨੇ ਕੱਢਿਆ ਕਿ ਭਾਈ ਸਾਨੂੰ ਆਪਣੇ ਬੇਟੇ ਵਾਸਤੇ ਇਨਸਾਫ ਚਾਹੀਦਾ। ਜੀ ਹੁਣ ਮੈਂ ਸਮਝਦਾ ਕਿ ਇਨ ਬਰੋਡ ਜੇ ਜ਼ਿਆਦਾ ਇਹਨੂੰ ਥੋੜਾ ਜਿਹਾ ਵਾਈਡ ਕਰਕੇ ਵੇਖਿਆ ਜਾਵੇ ਤੇ ਇਹ ਗੱਲ ਹੈ ਕਿ ਮੂਸੇਵਾਲਾ ਦਾ ਕਤਲ ਤੇ ਬਹੁਤ ਮੰਦਭਾਗਾ ਸੀ, ਬੜਾ ਉੱਭਰਦਾ ਹੋਇਆ ਨੌਜਵਾਨ ਸੀ, ਆਈਕਨ ਵੀ ਸੀ ਬਣ ਗਿਆ ਕਿਸੇ ਕੁਝ ਖਾਸ ਲੋਕਾਂ ਵਾਸਤੇ, ਖਾਸ ਵਿਸ਼ੇਸ਼ ਲੋਕਾਂ ਵਾਸਤੇ। ਪਰ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਕੋਈ ਹੋਰ ਨੌਜਵਾਨ ਨਾ ਰਗੜੇ ਜਾਣ ਇਸ ਤਰ੍ਹਾਂ ਦੀ ਲੜਾਈ ਦੇ ਵਿੱਚ, ਇਸ ਗੱਲ ਦੀ ਕੀ ਗਰੰਟੀ ਹੈ? ਜੀ ਕਿਉਂ ਨਹੀਂ ਇਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾ ਸਕਿਆ? ਹੁਣ ਇਹ ਜਿਹੜਾ ਵਿਅਕਤੀ ਜਿਹੜਾ ਫੜਿਆ ਗਿਆ, ਮੈਂ ਇਸ ਬਾਰੇ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ। ਜੀ ਸਚਿਨ ਥਾਪਨ ਬਿਸ਼ਨੋਈ ਇਸ ਦਾ ਨਾਮ ਹੈ ਅਸਲ ਵਿੱਚ। ਜੀ ਤਿਲਕ ਰਾਜ ਠੁਟੇਜਾ ਪੁੱਤਰ ਭੀਮ ਸਿੰਘ, ਜੀ ਇਹ ਨਾਂ ਇਹਨੇ ਰੱਖਿਆ ਤੇ ਪਾਸਪੋਰਟ ਬਣਾਇਆ, ਤੇ ਜਿਸ ਵਿੱਚ ਇਸ ਨੇ ਜਿਹੜਾ ਸੀ ਸੰਗਮ ਵਿਹਾਰ ਦਿੱਲੀ ਦਾ ਇੱਕ ਐਡਰੈਸ ਦੇ ਕੇ ਜੀ ਉੱਥੋਂ ਉਸ ਐਡਰੈਸ ਤੋਂ ਪਾਸਪੋਰਟ ਬਣਾ ਕੇ ਦੁਬਈ ਨੂੰ ਜਾਂਦਾ ਹੈ, ਦੁਬਈ ਤੋਂ ਅਜ਼ਰਬਾਈਜਾਨ ਜਾਂਦਾ ਹੈ, ਅਜ਼ਰਬਾਈਜਾਨ ਦੇ ਵਿੱਚ ਪਹੁੰਚ ਕੇ ਪਤਾ ਨਹੀਂ ਉਸ ਕੋਲ ਕੀ ਸੁਰੱਖਿਆ ਹੋਵੇਗੀ। ਮੈਨੂੰ ਤਾਂ ਇਸ ਗੱਲ ਦੀ ਹੈਰਾਨਗੀ ਹੋ ਰਹੀ ਹੈ ਕਿ ਭਾਵੇਂ ਉੱਥੋਂ ਫੜਿਆ ਹੀ ਗਿਆ, ਚਲੋ ਟਰੇਸ ਹੋ ਗਿਆ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਅਜ਼ਰਬਾਈਜਾਨ ਤੱਕ ਪਹੁੰਚਿਆ। ਅਜ਼ਰਬਾਈਜਾਨ ਨਾਲ ਕੋਈ ਭਾਰਤ ਦਾ ਬਹੁਤਾ ਸਰੋਕਾਰ ਨਹੀਂ ਹੈ ਉਸ ਕੰਟਰੀ ਨਾਲ। ਜੀ ਉੱਥੇ ਕੋਈ ਆਮ ਨਾ ਅਸੀਂ ਇੱਕ ਦੋ ਗੱਲਾਂ ਹੋਰ ਹੁੰਦੀਆਂ ਨੇ। ਆਮ ਤੌਰ ਤੇ ਇਹਨਾਂ ਲੋਕਾਂ ਵਾਸਤੇ ਉੱਥੇ ਲੁਕਣਾ ਛਿਪਣਾ ਔਖਾ ਹੁੰਦਾ ਹੈ, ਜੀ ਜਿੱਥੇ ਆਪਣਾ ਭਾਈਚਾਰਾ ਬਹੁਤਾ ਨਾ ਹੋਵੇ, ਕਿਉਂਕਿ ਪਛਾਣੇ ਜਾਂਦੇ ਹੋ ਤੁਸੀਂ। ਜੀ ਤੇ ਜਿੱਥੇ ਫਿਰ ਵੈਸੇ ਹੀ ਘੱਟ ਹੈ ਜਾਂ ਸਾਡੇ ਨਾਲ ਉਹਨਾਂ ਦਾ ਮਿਲ ਜੁਲ ਕੀ ਹੈ, ਤਾਂ ਨਾ ਉੱਥੇ ਦੀ ਲੈਂਗੁਏਜ ਜਾਣਦੇ ਹੋ, ਨਾ ਤੁਸੀਂ ਨਾ ਉੱਥੇ ਦੀ ਅੰਗਰੇਜ਼ੀ ਹੈ, ਨਾ ਹਿੰਦੀ ਆ, ਨਾ ਪੰਜਾਬੀ ਬੋਲ ਸਕਦੇ ਹੋ ਤੁਸੀਂ। ਉੱਥੇ ਤਿੰਨੋਂ ਬੋਲੀਆਂ ਇਹ ਬਿਸ਼ਨੋਈ ਜਿਹੜਾ ਮੁੰਡਾ ਸਚਿਨ ਹੈ ਇਹ ਬੋਲਦਾ, ਅੰਗਰੇਜ਼ੀ ਵੀ ਬੋਲ ਲੈਂਦਾ, ਪੰਜਾਬੀ ਵੀ ਤੇ ਹਿੰਦੀ ਵੀ। ਜੀ ਤੇ ਉਹ ਕਿਵੇਂ ਉਸਨੇ ਐਡਜਸਟ ਕੀਤਾ ਹੋਵੇਗਾ ਉੱਥੇ? ਉਸਨੂੰ ਕੀ ਸੁਰੱਖਿਆ ਹੋਵੇਗੀ? ਕਿਹੜੀ ਗੱਲ ਕਰਕੇ ਉਹਨੇ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕੀਤਾ? ਤੇ ਉਸ ਕੋਲ ਕਾਗਜ਼ ਕਿਵੇਂ ਮਿਲ ਗਏ? ਕੀ ਕਾਨੂੰਨ ਤੋਂ ਡਰਦਾ ਹੋਇਆ ਭੱਜਾ ਫਿਰਦਾ ਹੈ ਉਹ? ਜੀ ਜਸ ਲੱਗਦਾ ਤਾਂ ਇਹੋ ਹੀ ਹੈ ਕਿ ਕਾਨੂੰਨ ਜਿਹੜਾ ਹੈ ਇਸ ਵੇਲੇ ਜਦੋਂ ਸਰਕਾਰਾਂ ਠਾਣ ਲੈਣ ਕਿ ਕਿਸੇ ਨੂੰ ਫੜਨਾ ਹੈ, ਕਿਸੇ ਨੂੰ ਕਾਬੂ ਕਰਨਾ ਹੈ, ਤੇ ਫਿਰ ਕੁਝ ਨਾ ਕੁਝ ਹੋ ਜਾਂਦਾ ਹੈ। ਹੁਣ ਇਸੇ ਸੰਬੰਧ ਦੇ ਵਿੱਚ ਹੋਰਨਾਂ ਲੋਕਾਂ ਦੀ ਵੀ ਲਿਸਟ ਜਿਹੜੀ ਆਈ ਹੈ, ਕੈਨੇਡਾ ਬੈਠੇ ਹੋਏ ਨੇ, ਕੁਝ ਦੱਸਿਆ ਜਾਂਦਾ ਹੈ ਕੀਨੀਆ ਦੇ ਤੱਕ ਕਿਸੇ ਦੀ ਪਹੁੰਚ ਹੋਈ ਹੈ। ਹੁਣ ਇਹ ਵੀ ਦੱਸਿਆ ਗਿਆ ਕਿ ਇੱਕ ਇਹਨਾਂ ਦਾ ਹੀ ਸਾਥੀ ਜਿਹੜਾ ਮੁੱਖ ਸਾਥੀ ਹੈ, ਜਿਹੜੇ ਅਸਲ ਵਿੱਚ 3 ਜਾਂ 4 ਮੁੱਖ ਸਾਜ਼ਿਸ਼ਕਰਤਾ ਨੇ ਜਾਂ ਸਾਜ਼ਿਸ਼ ਘਾੜੇ ਨੇ, ਉਹਨਾਂ ਵਿੱਚੋਂ ਗੋਲਡੀ ਬਰਾੜ ਹੈ, ਸਚਿਨ ਹੈ, ਔਰ ਇੱਕ ਦੋ ਹੋਰ ਨੇ ਜਿਹੜੇ ਨੇ, ਉਹਨਾਂ ਦੇ ਨਾਮ ਜਿਹੜੇ ਨੇ, ਲਿਪਨ ਹੈ ਉਸ ਦਾ ਨਾਮ ਹੈ। ਇਹ 3-4 ਵਿਅਕਤੀ ਨੇ, ਕਿਤੇ ਕਿਤੇ ਨੇ, ਕੋਈ ਕਿਤੇ ਹੈ, ਕੋਈ ਕਿਤੇ ਹੈ। ਇੱਕ ਦੂਸਰੇ ਨੂੰ ਕਹਿੰਦੇ ਨੇ ਸਾਡਾ ਭਰਾ ਹੈ, ਫਲਾਨਾ ਵੀ ਭਰਾ ਹੈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਕਿੱਥੇ ਹਾਂ। ਪਰ ਇਹ ਵੀ ਪਤਾ ਲੱਗਾ ਕਿ ਲਿਪਨ ਮਹਿਰਾ ਜਿਹੜਾ ਹੈ ਉਹ ਕੈਨੇਡਾ ਛੱਡ ਕੇ ਕੀਨੀਆ ਪਹੁੰਚ ਗਿਆ। ਜੀ ਹੁਣ ਸਰਕਾਰਾਂ ਜਿਹੜੀਆਂ ਨੇ ਚਾਰਾਜੋਈ ਕਰ ਰਹੀਆਂ ਨੇ, ਕੇਂਦਰ ਦੇ ਜਿਹੜੇ ਵਿਦੇਸ਼ ਮੰਤਰਾਲੇ ਨੂੰ ਡਾਕੂਮੈਂਟ ਇੱਕਦਮ ਛੇਤੀ ਭੇਜੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ। ਇਹ ਬੜੀਆਂ ਡੂੰਘੀਆਂ ਗੱਲਾਂ ਨੇ। ਮੈਂ ਇਸ ਗੱਲ ਬਾਰੇ ਪਹਿਲਾਂ ਬਹੁਤ ਵਾਰ ਬਿਰਗਾ ਜੀ ਬੇਨਤੀ ਕਰ ਚੁੱਕਾ ਹਾਂ ਜੀ ਕਿ ਅਸੀਂ ਚਾਹੁੰਦੇ ਤਾਂ ਇਹੋ ਹੀ ਆ, ਮੈਂ ਇੱਥੇ ਬੈਠਾ ਹੋਇਆ, ਤੁਸੀਂ ਵੀ, ਹੋਰ ਸਾਡੇ ਦੇਖਣ ਵਾਲੇ ਜਿਹੜੇ ਇਸ ਵੇਲੇ ਦੇਖ ਰਹੇ ਨੇ, ਉਹ ਇਹੋ ਹੀ ਚਾਹੁੰਦੇ ਹੁਣ ਕਿ ਯਾਰ ਛੇਤੀ ਪਤਾ ਲੱਗੇ ਹੋਇਆ ਕੀ ਸੀ, ਜੀ ਇਹ ਕੌਣ ਬੰਦੇ ਸੀ, ਇਹਨਾਂ ਨੂੰ ਫੜਿਆ ਜਾਵੇ, ਕਿਉਂ ਮਾਰਿਆ ਗਿਆ ਮੁੰਡਾ, ਹੋਰ ਬੰਦੇ ਕਿਉਂ ਮਾਰੇ ਗਏ, ਇੰਨੀ ਦੇਰ ਤੋਂ ਇੰਨੀ ਜੇਲ੍ਹਾਂ ਵਿੱਚ ਕਿਉਂ ਬੰਦ ਬੈਠੇ ਨੇ, ਕੀ ਇਹਨਾਂ ਸਵਾਲਾਂ ਦੇ ਜਵਾਬ ਤੇ ਮਿਲਣੇ ਚਾਹੀਦੇ ਨਾ। ਜੀ ਉਹਦਾ ਕਿਉਂ ਹੈ ਨਾ ਜੀ, ਮੈਨੂੰ ਲੱਗਦਾ ਕਿ ਸਾਡੇ ਸੱਜੇ ਕਿਤੇ ਹੱਥ ਨਹੀਂ ਆਉਣਾ। ਇੱਕ ਜਿਹੜੀ ਕਾਹਲੀ ਹੈ ਨਾ ਸਾਨੂੰ ਕਿ ਛੇਤੀ ਕੁਛ ਨਾ ਕੁਛ ਕੋਈ ਡਿਸੀਜਨ ਸਾਡੇ ਪੱਲੇ ਪੈ ਜਾਵੇ। ਜੀ ਮੈਂ ਉਹਨੂੰ ਇਹ ਬਿਆਨ ਕਰਦਾ ਕਿ ਸਰਕਾਰਾਂ ਜਦੋਂ ਇਸ ਤਰ੍ਹਾਂ ਦੀ ਕਾਰਵਾਈ ਕਰਦੀਆਂ ਨੇ, ਜਿਸ ਵਿੱਚ ਉਹਨਾਂ ਨੇ ਪਤਾ ਲਾਉਣਾ ਹੁੰਦਾ ਹੈ ਕਿ ਕਿਵੇਂ ਹੋਇਆ, ਇਸ ਵਿੱਚ ਕੌਣ ਸ਼ਾਮਲ ਹੈ, ਤੇ ਉਹ ਜਾਂਚ, ਜਿਵੇਂ ਹੁਣ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਦਿੱਤੀ ਹੈ ਕਿ ਇੱਕ ਜਿਹੜਾ ਸਾਥੀ ਇਹਨਾਂ ਦਾ ਕੈਨੇਡਾ ਤੋਂ ਜਿਹੜਾ ਹੈ ਉਹ ਕੀਨੀਆ ਭੱਜ ਗਿਆ ਹੋ ਸਕਦਾ ਹੈ। ਜੀ ਹੁਣ ਜੇ ਸਹੀ ਮਾਇਨੇ ਜੇ ਗੱਲ ਕਰਨੀ ਹੋਵੇ ਤੇ ਇਹ ਜਾਣਕਾਰੀ ਵੀ ਦੇਣੀ ਵਾਜਬ ਨਹੀਂ ਹੈ, ਪਰ ਪੁਲਿਸ ਨੇ ਆਪ ਦਿੱਤੀ ਹੈ ਜਾਣਕਾਰੀ। ਉਹ ਹੁਣ ਕੀ ਪੁਲਿਸ ਕੋਲ ਇੰਨੀ ਜਾਣਕਾਰੀ ਹੈ? ਮੈਂ ਵਿਦੇਸ਼ਾਂ ਦੇ ਵਿੱਚ ਬਹੁਤ ਵਾਰੀ ਪੁਲਿਸ ਦੀਆਂ ਪ੍ਰੈਸ ਕਾਨਫਰੰਸ ਵੇਖੀਆਂ ਨੇ, ਉਹਨਾਂ ਦੀ ਗੱਲ ਨੂੰ ਗੌਰ ਨਾਲ ਸੁਣੋ। ਉਹ ਕਹਿੰਦੇ ਨੇ ਕਿ ਸਾਨੂੰ ਆਹ ਪਤਾ ਹੈ, ਆਹ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੇਣ ਲੱਗੇ ਹਾਂ, ਤੇ ਇਸ ਤੋਂ ਗਾਂਹ ਦੀ ਸਾਨੂੰ ਪੁੱਛੋ ਨਾ। ਉਹ ਅਸੀਂ ਦੇਣੀ ਨਹੀਂ, ਕਿਉਂਕਿ ਆਨਗੋਇੰਗ ਪ੍ਰੋਸੈਸ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਤੇ ਅਸੀਂ ਜੇ ਉਹਨੂੰ ਲੀਕ ਆਊਟ ਹੁੰਦਾ ਹੀ ਕੋਈ ਗੱਲ ਮੀਡੀਆ ਦੇ ਵਿੱਚ, ਤੇ ਫਿਰ ਸਾਡੇ ਪੱਲੇ ਕੀ ਰਹਿ ਜਾਂਦਾ, ਤੇ ਅਗਲੇ ਬੜੇ ਜਿਹੜੇ ਨੇ ਉਹ ਸਤਰਕ ਹੋ ਜਾਂਦੇ ਨੇ।
ਜੇ ਅੱਜ ਜੀ ਇੱਥੇ ਪਤਾ ਲੱਗ ਗਿਆ ਕਿ ਫਲਾਣੇ ਮੁਲਕ ਵਿੱਚ ਹੋ ਸਕਦਾ ਉੱਥੋਂ ਗਾਂਹ ਕਿਤੇ ਹੋਰ ਨਿਕਲ ਗਿਆ ਹੋਵੇ। ਜੀ ਹੁਣ ਇਹ ਉਸੇ ਤਰ੍ਹਾਂ ਹੀ ਆ ਜਿਵੇਂ ਮੁੰਬਈ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਤੇ ਉਧਰੋਂ ਤੇ ਉਹ ਤਾਜ ਹੋਟਲ ਤੇ ਹੋਰਨਾਂ ਸਥਾਨਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਜਿਹੜਾ ਸੀ ਉਹ ਹਮਲੇ ਹੋਏ। ਤੇ ਜਦੋਂ ਜਿਹੜੇ ਉਹਨਾਂ ਦੇ ਆਪਰੇਟਰ ਸੀ ਉਹ ਪਾਕਿਸਤਾਨ ਬੈਠੇ ਹੋਏ ਸੀ ਜਾਂ ਕਿੱਥੇ ਬੈਠੇ ਹੋਏ ਸੀ, ਜਿਹੜੇ ਉਹਨਾਂ ਨੂੰ ਇੰਸਟਰਕਸ਼ਨਾਂ ਦੇ ਰਹੇ ਸੀ ਸੈਟੇਲਾਈਟ ਫੋਨ ਦੇ ਥਰੂ, ਜੀ ਉਹ ਸਾਫ਼ ਗੱਲ ਸਪਸ਼ਟ ਹੋ ਗਈ ਕਿ ਮੀਡੀਆ ਨੇ ਲਾਈਵ ਦਿਖਾਉਣਾ ਸ਼ੁਰੂ ਕਰ ਦਿੱਤਾ ਉੱਥੋਂ ਜੀ ਪਿਕਚਰਸ ਨੂੰ। ਉਹ ਸਾਰੀਆਂ ਧੂਆਂ ਨਿਕਲਦਾ, ਹੁਣ ਹੈਲੀਕਾਪਟਰ ਆ ਰਿਹਾ, ਹੁਣ ਫਲਾਣੇ ਪਾਸਿਓਂ ਕਮਾਂਡੋ ਆ ਰਹੇ ਨੇ, ਹੁਣ ਇਸ ਫੌਜ ਨੂੰ ਬੁਲਾਇਆ ਜਾ ਰਿਹਾ। ਸਾਰੀ ਇਨਫੋਰਮੇਸ਼ਨ ਅੰਦਰ ਬੈਠੇ ਉਹ ਟੀਵੀ ਲਾ ਕੇ ਦੇਖਦੇ ਰਹੇ ਜਾਂ ਫੋਨ ਦੇ ਜ਼ਰੀਏ ਉਹਨਾਂ ਨੂੰ ਮਿਲਦੀ ਰਹੀ। ਜੀ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਸੀ ਉਹ ਇਹ ਵੀ ਦੱਸ ਰਹੇ ਸੀ ਕਿ ਭਾਈ ਤੁਹਾਡੇ ਉੱਪਰ ਹੈਲੀਕਾਪਟਰ ਆ ਗਿਆ। ਹੁਣ ਇਹ ਮੈਂ ਇਸ ਗੱਲ ਨੂੰ ਉਧਰ ਨਾ ਲੈ ਕੇ ਜਾਵਾਂ, ਪਰ ਮੁੱਦਾ ਗੱਲ ਦਾ ਇਹ ਹੈ ਕਿ ਬਹੁਤ ਵੱਡਾ ਪ੍ਰੋਸੈਸ ਆ। ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਦੋਂ ਜੁੜ ਜਾਂਦੀ ਆ ਉਸ ਦੇ ਵਿੱਚ ਤੇ ਫਿਰ ਉਹ ਇਨਵੈਸਟੀਗੇਸ਼ਨ ਪੂਰੀ ਕਰੇਗੀ, ਜੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਪਰ ਅਜੇ ਤੱਕ ਮੈਂ ਸਮਝਦਾ ਕਿ ਜੋ ਇਸ ਕੇਸ ਦੇ ਵਿੱਚੋਂ ਸਮਝ ਆਇਆ ਉਹਨਾਂ ਵਿੱਚੋਂ ਅਨਮੋਲ ਬਿਸ਼ਨੋਈ ਜਿਹੜਾ ਹੈ ਉਹ ਕੀਨੀਆ ਦੇ ਵਿੱਚ ਦੱਸਿਆ ਜਾਂਦਾ, ਲਿਪਿਨ ਮਹਿਰਾ ਤੇ ਗੋਲਡੀ ਬਰਾੜ ਜਿਹੜੇ ਉਹ ਹੋਰ ਕਿਤੇ ਨੇ, ਇਹ ਨਹੀਂ ਪਤਾ ਕਿੱਥੇ, ਪਾਕਿਸਤਾਨ ਨਾਲ ਵੀ ਲਿੰਕ ਬਣ ਰਹੇ ਨੇ। ਹੁਣ ਸਚਿਨ ਤੇ ਅਨਮੋਲ ਦੀ ਸਾਰੀ ਸਾਜ਼ਿਸ਼ ਜਿਹੜੀ ਆ ਉਹ ਦੱਸੀ ਜਾਂਦੀ ਹੈ, ਜੀ ਕਿਉਂਕਿ ਗੋਲਡੀ ਬਰਾੜ ਭਾਵੇਂ ਇਸ ਦਾ ਮੇਨ ਸਾਜ਼ਿਸ਼ ਕਰਤਾ ਜਾਂ ਮੁੱਖ ਘਾੜਾ ਹੋਵੇ, ਜਿਹੜਾ ਸਚਿਨ ਦਾ ਅਸਲੀ ਜਿਹੜਾ ਇਸ ਵੇਲੇ ਗੈਂਗਸਟਰ ਜੇਲ੍ਹ ਦੇ ਵਿੱਚ ਆ, ਉਹ ਤਾਂ ਸਾਨੂੰ ਪਤਾ ਹੈ ਕਿ ਪੰਜਾਬ ਵਿੱਚ ਕਦੀ ਕਿਸੇ ਜ਼ਿਲ੍ਹੇ 'ਚ ਕਦੀ ਕਿਸੇ ਜ਼ਿਲ੍ਹੇ 'ਚ ਉਸਦੀ ਪੇਸ਼ੀ ਹੋ ਰਹੀ ਹੈ, ਲਾਰੈਂਸ ਬਿਸ਼ਨੋਈ। ਜੀ ਪਰ ਹੋਰ ਵੀ ਕਈ ਜਿਹੜੇ ਨੇ, ਜੱਗੂ ਭਗਵਾਨਪੁਰੀਆ ਵੀ ਇਸ ਵੇਲੇ ਹਿਰਾਸਤ ਵਿੱਚ ਹੈ। ਹੁਣ ਇਹ ਜਿਹੜੇ ਲੋਕ ਬਾਹਰ ਨੇ ਇਸ ਵੇਲੇ, ਉਹ ਕਿੱਥੇ ਨੇ, ਕੀ ਨੇ, ਕਿਵੇਂ ਕਰ ਰਹੇ ਨੇ, ਤੇ ਅਸਲੀ ਹੁਕਮ ਕਿਹਨੇ ਦਿੱਤਾ ਸੀ ਕਿ ਕੰਮ ਕਰ ਦਿਓ। ਮੈਂ ਕਹਿੰਦਾ ਉਹ ਮੰਦਭਾਗਾ ਦਿਨ ਸੀ ਜਦੋਂ 424 ਵਿਅਕਤੀਆਂ ਦੀ ਸੁਰੱਖਿਆ ਦੀ ਸੂਚੀ ਜਿਹੜੀ ਸੀ ਜਨਤਕ ਹੋਈ ਤੇ ਇਹ ਉਸ ਸੂਚੀ ਤੋਂ ਬਾਅਦ ਐਕਟਿਵ ਹੋ ਕੇ ਇਹਨਾਂ ਲੋਕਾਂ ਨੇ ਮਾਨਸਾ ਦੇ ਲਾਗੇ ਟਿਕਾਣਾ ਬਣਾ ਲਿਆ ਆਪਣਾ। 2-3 ਦਿਨ ਉਸ ਦੀ ਪੂਰੀ ਰੇਕੀ ਕੀਤੀ, ਬਲਕਿ ਲੰਬਾ ਸਮਾਂ ਪਹਿਲਾਂ ਕਰ ਰਹੇ ਸੀ, ਪਿੱਛਾ ਕਰਦੇ ਰਹੇ ਤੇ ਮੌਕਾ ਆਉਣ ਤੇ ਉਹਨਾਂ ਨੇ ਕਾਰਵਾਈ ਨੂੰ ਅੰਜਾਮ ਦਿੱਤਾ, ਘਟਨਾ ਨੂੰ ਅੰਜਾਮ ਦਿੱਤਾ। ਉਹ ਮੰਦਭਾਗਾ ਦਿਨ ਸੀ। ਇਹਨਾਂ ਨੌਜਵਾਨਾਂ ਨੇ ਅਜੇ ਤੱਕ, ਮੈਂ ਜਿੰਨੀਆਂ ਹੁਣ ਤੱਕ ਇਹਨਾਂ ਦੀਆਂ ਗੱਲਾਂ ਸੁਣੀਆਂ ਨੇ ਕਥਿਤ ਤੌਰ ਤੇ, ਉਹਨਾਂ ਦੀਆਂ ਜਿਹੜੀਆਂ ਆਡੀਓਜ਼ ਨੇ, ਮੈਂ ਪੁਸ਼ਟੀ ਤੇ ਨਹੀਂ ਕਰ ਸਕਦਾ ਆਪਣੇ ਤੌਰ ਤੇ, ਜੋ ਸੁਣਿਆ ਉਹ ਇਹੋ ਹੀ ਹੈ ਕਿ ਭਾਈ ਇਹਨੇ ਆਹ ਕੀਤਾ ਸੀ। ਉਸ ਵਿੱਚ ਕੋਈ ਸੋਲਿਡ ਕੰਕਰੀਟ ਪ੍ਰੂਫ ਨਿਕਲ ਕੇ ਨਹੀਂ ਸਾਹਮਣੇ ਆਉਂਦਾ ਕਿ ਸਿੱਧੂ ਮੂਸੇਵਾਲੇ ਨੂੰ ਕਿਉਂ ਮਾਰ ਦਿੱਤਾ ਗਿਆ। ਹੁਣ ਇਹ ਇੰਨੀ ਲੰਬੀ ਇਹ ਕਹਾਣੀ ਹੈ, ਇਹ ਕੇਸ ਦਾ ਖਲਾਰਾ ਪੈਂਦਾ ਜਾ ਰਿਹਾ, ਪਰ ਸਰਦਾਰ ਬਲਕੌਰ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ। ਜੀ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਅਲਟੀਮੇਟਮ ਠੀਕ ਹੈ, ਪਿਤਾ ਨੇ, ਦੁੱਖ ਹੈ ਉਹਨਾਂ ਨੂੰ, ਉਹ ਪਰਿਵਾਰ ਹੈ, ਸਾਰਾ ਦਿਨ ਉਹ ਇਸੇ ਗੱਲ ਦੇ ਵਿੱਚ ਖੁੱਬੇ ਰਹਿੰਦੇ ਨੇ। ਕੋਈ ਦਿਨ ਉਹਨਾਂ ਨੂੰ ਕੋਈ ਮਿਲਣ ਆਉਂਦਾ, ਕਦੀ ਕੋਈ ਫੋਟੋ ਬਣਾ ਕੇ ਲੈ ਆਉਂਦਾ, ਕਦੀ ਕੋਈ ਬੁੱਤ ਬਣਾ ਕੇ ਲੈ ਆਉਂਦਾ, ਕਦੀ ਕੈਂਡਲ ਮਾਰਚ ਹੁੰਦਾ, ਕਦੀ ਕੋਈ ਵੱਡੇ ਤੋਂ ਵੱਡਾ ਨਾਮੀ ਪੋਲੀਟੀਸ਼ੀਅਨ ਆ ਜਾਂਦਾ ਹੈ, ਕੋਈ ਗਾਇਕ ਆ ਜਾਂਦਾ। ਇਹ ਸਾਰਾ ਦਿਨ ਉਹਨੂੰ ਤੇ ਵਿਚਾਰੇ ਇਸੇ ਚੀਜ਼ ਦੇ ਵਿੱਚੋਂ ਗੁਜ਼ਰਦੇ ਨੇ, ਸਾਰੀ ਜ਼ਿੰਦਗੀ ਉਹਨਾਂ ਦੀ ਇਸ ਤਰ੍ਹਾਂ ਗੁਜ਼ਰੇਗੀ। ਗੀਤ ਸਾਹਮਣੇ ਆ ਰਹੇ ਨੇ, ਅਨਰਿਲੀਜ਼ਡ ਗੀਤ ਪਏ ਨੇ, ਉਹ ਵੀ ਰੌਲੇ ਨਾਲ ਹੀ ਪਏ ਹੋਏ ਨੇ। ਉਹਨਾਂ ਵਾਸਤੇ ਜ਼ਿੰਦਗੀ ਕਿਸ ਪੱਧਰ ਦੀ ਹੈ ਅਸੀਂ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਸ਼ਾਇਦ। ਪਰ ਉਹਨਾਂ ਦਾ ਇਹ ਜਿਹੜਾ ਪ੍ਰੈਸ਼ਰ ਹੈ ਨਾ ਸਰਕਾਰ ਤੇ, ਮੈਨੂੰ ਲੱਗਦਾ ਵੀ ਕੰਮ ਤੇ ਕਰ ਰਿਹਾ। ਹਾਲਾਂਕਿ ਇੰਨੀ ਛੇਤੀ ਸੰਭਵ ਭਾਵੇਂ ਨਾ ਹੋਵੇ, ਪਰ ਕੰਮ ਜ਼ਰੂਰ ਕਰ ਰਿਹਾ। ਉਹਨਾਂ ਨੇ ਸਰਕਾਰ ਤੇ ਦਬਾਅ ਪਾਇਆ ਹੋਇਆ, ਸਰਕਾਰ ਇਸ ਮਾਮਲੇ ਵਿੱਚ ਤੇਜ਼ੀ ਫੜਦੀ ਜਾ ਰਹੀ ਹੈ। ਪਰ ਇੱਕ ਗੱਲ ਜਿਹੜੀ ਮੈਨੂੰ ਹੁਣ ਤੱਕ ਜਿਹੜੀ ਇਸ ਵਿੱਚੋਂ ਇੱਕ ਤਸੱਲੀ ਬਖਸ਼ ਲੱਗੀ ਆ, ਉਹ ਇਹ ਹੈ ਕਿ ਆਮ ਤੌਰ ਤੇ ਜਿਹੜੀ ਕੋਆਰਡੀਨੇਸ਼ਨ ਹੁੰਦੀ ਨਾ, ਉਹ ਸਟੇਟ ਪੁਲਿਸਿਸ ਦੀ ਤੇ ਕੇਂਦਰ ਸਰਕਾਰ ਦੇ ਜਿਹੜੇ ਡਿਪਾਰਟਮੈਂਟ ਹੁੰਦੇ, ਉਹ ਕਈ ਵਾਰੀ ਉਹ ਨੁਕਸਾਨ ਕਰ ਜਾਂਦੀ ਆ। ਲੈਕ ਆਫ ਕੋਆਰਡੀਨੇਸ਼ਨ ਜੇ ਹੋਵੇ ਤਾਂ, ਕੋਆਰਡੀਨੇਸ਼ਨ ਹੈ ਇਸ ਗੱਲ ਵਿੱਚ ਦਿਸ ਰਿਹਾ। ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਦੇ ਬਾਰੇ ਅਟਕਲਾਂ ਲੱਗਣ ਲੱਗ ਪਈਆਂ ਸੀ ਕਿ ਉਹ ਪੰਜਾਬ ਨੂੰ ਦੇਣਗੇ ਕਿ ਨਹੀਂ, ਮਿੰਟਾਂ 'ਚ ਮਿਲ ਗਿਆ ਪੰਜਾਬ ਨੂੰ, ਕੋਈ ਗੱਲ ਨਹੀਂ ਇਹੋ ਜਿਹੀ। ਅਜੇ ਤੱਕ ਇੱਥੇ ਯਾਰ ਲੰਬਾ ਰਿਮਾਂਡ ਹੈ ਉਸਦਾ। ਉਹ ਮੇਰਾ ਖਿਆਲ ਹੈ ਕਿ ਹੁਣ ਉਸ ਤੋਂ ਜੋ ਇਹ ਪੁੱਛਣਾ ਚਾਹੁੰਦੇ ਸੀ ਪੁੱਛ ਚੁੱਕੇ ਹੋਣਗੇ। ਪਰ ਗੱਲ ਇਹ ਹੈ ਕਿ ਜੇ ਇਹ ਸਾਰੇ ਡਿਪਾਰਟਮੈਂਟ ਰਲ ਕੇ ਚੱਲਦੇ ਨੇ ਤੇ ਸਰਕਾਰਾਂ ਦੇ ਹੱਥ ਇੰਨੇ ਲੰਬੇ ਹੁੰਦੇ ਨੇ ਕਿ ਉਹ ਹਰ ਇੱਕ ਨੂੰ ਆਪਣੇ ਇਸ ਕਾਨੂੰਨ ਦੇ ਘੇਰੇ ਦੇ ਵਿੱਚ ਲਿਆ ਸਕਦੇ ਨੇ, ਚਾਹੇ ਉਹ ਦੁਨੀਆ ਵਿੱਚ ਕਿਤੇ ਵੀ ਬੈਠਾ ਹੋਵੇ। ਇੰਟਰਪੋਲ ਕੋਈ ਛੋਟੀ ਚੀਜ਼ ਨਹੀਂ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਇਹ ਅਹਿਮ ਕੜੀ ਜਿਹੜੀ ਹੈ ਇਸ ਸਿੱਧੂ ਮੂਸੇਵਾਲਾ ਕੇਸ ਦੀ, ਉਹ ਫੜੀ ਗਈ ਹੈ। ਔਰ ਇਸਨੇ ਖੁਦ ਇਕਬਾਲ ਕੀਤਾ ਹੋਇਆ ਕਿ ਮੈਂ ਆਰਡਰ ਕੀਤਾ, ਮੈਂ ਆ ਫਲਾਣੇ ਬੰਦੇ ਨੂੰ ਕਿਹਾ ਸੀ ਤੂੰ ਰੇਕੀ ਕਰ, ਫਲਾਣੇ ਨੂੰ ਹਥਿਆਰ ਦਿੱਤੇ, ਉਹਨੂੰ ਉੱਥੇ ਭੇਜਿਆ, ਇਹਨੂੰ ਉੱਥੇ ਭੇਜਿਆ। ਹੀ ਨਿਊ ਐਵਰੀਥਿੰਗ, ਉਹਨੂੰ ਸਾਰਾ ਕੁਝ ਪਤਾ ਸੀ। ਸੋ ਇਹ ਬੇਸਿਕਲੀ ਜਿਵੇਂ ਕਹਿੰਦੇ ਨੇ ਕਿ ਹੁਕਮ ਕਿਸੇ ਦਾ ਤੇ ਰਾਸ਼ਟਰਪਤੀ ਦਾ ਤੇ ਫੌਜ ਦੇ ਜਨਰਲ ਕੋਈ ਹੋਰ, ਇਹ ਹਾਲਾਂਕਿ ਉਸ ਨੂੰ ਉਹਨਾਂ ਗੱਲਾਂ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ, ਬੜਾ ਹਲਕਾ ਜਿਹਾ ਕੰਮ ਕੀਤਾ ਗਿਆ ਹੈ ਉਹ। ਇਹ ਉਸ ਪੱਧਰ ਦੀ ਮੈਂ ਇਹਨੂੰ ਗੱਲ ਸਮਝਦਾ ਕਿ ਇਹ ਸਚਿਨ ਜਿਹੜਾ ਹੈ ਥਾਪਨ ਬਿਸ਼ਨੋਈ, ਇਹ ਮੈਂ ਇਸੇ ਕੈਟਾਗਰੀ 'ਚ ਗਿਣਦਾ ਕਿ ਇਹ ਬਹੁਤ ਵੱਡੀ ਕੜੀ ਹੈ। ਕਿੰਨੀ ਛੇਤੀ ਉਹਦੀ ਹਵਾਲਗੀ ਹੋਵੇਗੀ ਜੇ ਅਜ਼ਰਬਾਈਜਾਨ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਜ਼ਾਹਰਾ ਤੌਰ ਤੇ ਪੰਜਾਬ ਪੁਲਿਸ ਤੇ ਗਈ ਨਹੀਂ ਉੱਥੇ। ਹੁਣ ਉਹਦੀ ਹਵਾਲਗੀ ਵਾਸਤੇ ਡਾਕੂਮੈਂਟ ਤਿਆਰ ਕੀਤੇ ਜਾ ਰਹੇ ਨੇ। ਜਿਹੜਾ ਸਰਕਾਰਾਂ ਦੇ ਡਿਪਾਰਟਮੈਂਟ ਆਪਸ ਵਿੱਚ ਮਿਲ ਜੁਲ ਕੇ ਕੰਮ ਕਰ ਰਹੇ ਨੇ, ਇਹ ਚੰਗੀ ਗੱਲ ਹੈ, ਤਸੱਲੀ ਬਖਸ਼ ਹੈ।
ਬਾਪੂ ਬਲਕੌਰ ਸਿੰਘ ਨੂੰ ਵੀ ਥੋੜ੍ਹਾ ਬਹੁਤ ਇਸ ਨਾਲ ਮੈਨੂੰ ਲੱਗਦਾ ਕਿ ਦਿਲ ਉਹਨਾਂ ਦਾ ਮਾੜਾ ਮੋਟਾ ਟਿਕੇਗਾ ਕਿ ਕਿਤੇ ਨਾ ਕਿਤੇ ਜਾਂਚ ਚੱਲ ਰਹੀ ਹੈ, ਰੁਕੀ ਨਹੀਂ ਹੈ। ਜੀ ਹੀਰ ਸਾਹਿਬ, ਕਰਦੇ ਹਾਂ ਹੋਰ ਮੁੱਦਿਆਂ ਤੇ ਵੀ ਤੁਹਾਡੇ ਨਾਲ ਗੱਲਬਾਤ। ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਸਵਾਗਤ। ਬ੍ਰੇਕ ਤੋਂ ਬਾਅਦ ਕਰ ਰਹੇ ਸੀ ਗੱਲ ਪੰਜਾਬ ਦੀ ਸਿਆਸਤ ਦੀ, ਤੇ ਪੰਜਾਬ ਦੀ ਸਿਆਸਤ ਦੇ ਵਿੱਚ ਹੀਰ ਸਾਹਿਬ ਤੁਸੀਂ ਪਿਛਲੇ ਸਮੇਂ ਦੇ ਵਿੱਚ ਕੁਝ ਆਡੀਓ ਇੱਦਾਂ ਦੀਆਂ ਸੁਣੀਆਂ ਹੋਣਗੀਆਂ ਜਿਨ੍ਹਾਂ ਵਿੱਚ ਆਵਾਜ਼ ਆ ਰਹੀ ਸੀ ਕਿ ਅਫਸਰਾਂ ਨੂੰ ਪੋਲੀਟਿਕਸ ਬੜੀ ਮਹਿੰਗੀ ਪੈਂਦੀ ਹੁੰਦੀ ਆ, ਸਾਡੇ ਨਾਲ ਪੰਗੇ ਲਵਾਂਗੇ ਤਾਂ ਮਿੱਧ ਕੇ ਰੱਖ ਦਿਆਂਗੇ। ਤੇ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਬੀਬੀ ਨੂੰ ਸਭਾ ਦੇ ਵਿੱਚ ਇੱਦਾਂ ਜਲੀਲ ਕੀਤਾ ਗਿਆ ਸੀ ਕਿ ਸਾਡੇ ਫੰਕਸ਼ਨ ਤੋਂ ਬਾਹਰ ਚਲ ਜਾ, ਤੇਰਾ ਇੱਥੇ ਕੋਈ ਕੰਮ ਨਹੀਂ। ਇਹ ਸਾਰੀਆਂ ਆਵਾਜ਼ਾਂ ਸੁਣਦੇ ਹੀ ਜਦੋਂ ਤੋਂ ਲੋਕ ਸੋਚਦੇ ਸੀ ਵੀ ਰਾਜਨੇਤਾ ਦੇ ਹੱਥੋਂ ਕਿਹੜੀ ਤਾਕਤ ਆ ਜਾਂਦੀ ਆ ਕਿ ਉਹ ਲੋਕਾਂ ਨੂੰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਇਹ ਲੋਕ ਭਾਰਤ ਭੂਸ਼ਣ ਆਸ਼ੂ ਦੀਆਂ ਫਾਈਲਾਂ ਪਤਾ ਲੱਗ ਰਿਹਾ ਕਿ ਭਾਰੀਆਂ ਹੋ ਰਹੀਆਂ। ਹੀਰ ਸਾਹਿਬ, ਲੱਗਦਾ ਕਿ ਆਸ਼ੂ ਦੇ ਆਂਸੂ ਜਿਹੜੇ ਆ ਹੋਰ ਨਿਕਲਣਗੇ? ਤੁਸੀਂ ਬੜਾ ਇੰਟਰਸਟਿੰਗ ਸਟਾਰਟ ਕੀਤਾ ਹੈ ਜੀ। ਦੇਖੋ, ਗੱਲ ਇਹ ਆ, ਤੁਸੀਂ ਤੇ ਇਹ ਭਾਰਤ ਭੂਸ਼ਣ ਆਸ਼ੂ ਦੀ ਗੱਲ ਕੀਤੀ ਹੈ ਕਿ ਇੱਕ ਮਹਿਲਾ ਅਧਿਕਾਰੀ, ਇੱਕ ਮਹਿਲਾ ਸਿੱਖਿਆ ਦੀ ਕਰਮਚਾਰੀ ਨੂੰ ਕਿਵੇਂ ਭਰੀ ਸਭਾ ਦੇ ਵਿੱਚ ਦਬਕੇ ਮਾਰ ਕੇ ਉੱਥੋਂ ਤੋਰਨ ਦੀ ਗੱਲ ਕੀਤੀ ਗਈ ਜੀ। ਇੱਕ DSP ਨੂੰ ਕਿਹਾ ਜਾਂਦਾ ਕਿ ਰਿਕਾਰਡਿੰਗ ਆਨ ਕਰ, ਤੇ ਜਦੋਂ ਪੁਲਿਸ ਅਫਸਰ ਪੋਲੀਟਿਕਸ ਕਰਦਾ ਤੇ ਉਹਨੂੰ ਬੜੀ ਮਹਿੰਗੀ ਪੈਂਦੀ ਹੈ ਜੀ। ਉਹ ਇਹ ਸਾਰੀਆਂ ਗੱਲਾਂ ਸੁਣੀਆਂ ਜੀ, ਪਰ ਸਵਾਲ ਇੱਥੇ ਇਹ ਹੈ ਵੀ ਭਾਰਤ ਭੂਸ਼ਣ ਆਸ਼ੂ ਤੇ ਅੱਜ ਗ੍ਰਿਫਤ ਵਿੱਚ ਨੇ ਜੀ। ਮੈਂ ਤੇ ਤੁਹਾਨੂੰ 2-3 ਹੋਰ ਨਾਮ ਗਿਣਾ ਦਿੰਦਾ ਇਹੋ ਜਿਹੇ ਜੀ ਜਿਨ੍ਹਾਂ ਤੇ ਡਾਊਟ ਵੀ ਨਹੀਂ ਹੈ ਕੋਈ ਵੀ ਉਹ ਕਿਸੇ ਗ੍ਰਿਫਤ ਵਿੱਚ ਆਉਣਗੇ, ਕੋਈ ਇਹੋ ਜਿਹਾ ਲੱਗਦਾ ਵੀ ਨਹੀਂ ਹੈ ਜੀ। ਰਿਕਾਰਡਿੰਗਾਂ ਤੇ ਉਹਨਾਂ ਦੀਆਂ ਵੀ ਪਈਆਂ ਹੋਈਆਂ, ਉਹਨਾਂ ਤੇ ਕੀ ਕਾਰਵਾਈ ਹੋਈ ਜੀ। ਜਦੋਂ ਭਾਰਤ ਭੂਸ਼ਣ ਆਸ਼ੂ ਦੀ ਰਿਕਾਰਡਿੰਗ ਆਈ ਸੀ ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ, ਕੈਪਟਨ ਸਾਹਿਬ ਰੋਕੋ, ਦੇਖੋ ਇਹ ਕੀ ਹੋ ਰਿਹਾ ਜੀ, ਇਹ ਲੋਕਤੰਤਰ ਵਿੱਚ ਇਹ ਕੀ ਕੰਮ ਹੈ, ਉਹ ਇੱਕ ਅਫਸਰ ਨੂੰ ਅਜਿਹਾ ਬੋਲਣਾ ਇੱਕ ਮੰਤਰੀ ਦਾ, ਇਹ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਜੀ। ਇਸੇ ਤਰ੍ਹਾਂ ਹੀ ਇੱਕ ਸਾਬਕਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ, ਉਹ ਇਸ ਵੇਲੇ ਕਾਂਗਰਸ ਦੇ ਆਗੂ ਨੇ, ਉਹਨਾਂ ਨੇ ਬਹੁਤ ਧਮਕੀਆਂ ਦਿੱਤੀਆਂ ਸੀ ਇੱਕ ਅਫਸਰ ਨੂੰ ਜੀ, ਗੰਦੀਆਂ ਗਾਲਾਂ ਤੱਕ SDO ਨੂੰ ਜਿਹੜੀਆਂ ਸੀ ਫੋਨ ਤੇ ਕੱਢੀਆਂ ਗਈਆਂ ਜੀ। ਇੱਕ ਹੋਰ ਜਿਹੜੇ ਨੇ, ਮੈਂ ਨਾਮ ਹੁਣ ਰਹਿਣ ਦਿੰਦਾ, ਉਹ ਇੱਕ SHO ਬੀਬੀ ਨੂੰ ਕਹਿ ਰਹੇ ਨੇ, ਤੂੰ ਰੱਬ ਤੇ ਨਹੀਂ ਲੱਗੀ ਹੋਈ, ਤੂੰ ਦੇਖ ਲਈ, ਤੇਰੇ ਨਾਲ ਅਸੀਂ ਫਿਰ ਬੋਰੀਆ ਬਿਸਤਰਾ ਬੰਨ ਲੈ, ਜੁੱਲੀ ਬਿਸਤਰਾ, ਮੈਂ ਹੈਰਾਨ, ਜੁੱਲੀ ਬਿਸਤਰਾ ਬੰਨ ਲੈ, ਦੇਖੋ ਜੁੱਲੀ ਬਿਸਤਰਾ ਗੋਲ ਕਰ ਦਿਆਂਗੇ। ਇਹ ਇੱਕ ਰਿਕਾਰਡਿੰਗ ਥੋੜ੍ਹਾ, ਇੱਕ ਰਿਕਾਰਡਿੰਗ ਦੇ ਵਿੱਚ ਇੱਕ ਵੱਡਾ ਅਫਸਰ ਜਿਹੜਾ ਪਿੰਡ ਦੇ ਸਰਪੰਚ ਨੂੰ ਕਹਿ ਰਿਹਾ, ਸਰਪੰਚ ਉਸ ਨੂੰ ਫੋਨ ਕਰਦਾ ਹੈ ਕਿ ਭਾਈ ਆ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਅੱਧੀ ਰਾਤ ਹੋਈ ਹੈ ਸਾਡੇ ਪਿੰਡ ਦੇ ਵਿੱਚ, ਤੂੰ ਬਹੁਤ, ਮੈਂ ਤੇਰੇ ਤੇ ਪਰਚਾ ਕਰ ਦੂੰਗਾ, ਤੂੰ ਮੈਨੂੰ ਫੋਨ ਕਿਵੇਂ ਕੀਤਾ ਜੀ। ਕੋਈ ਕਾਰਵਾਈ ਹੋਈ ਹੈ ਨਾ ਸਾਰੀਆਂ ਗੱਲਾਂ ਤੇ? ਕਿੰਨੀਆਂ ਰਿਕਾਰਡਿੰਗਾਂ ਇਹੋ ਜਿਹੀਆਂ ਸਾਹਮਣੇ ਆ ਜਾਂਦੀਆਂ ਨੇ ਜੀ। ਹਿਸਾਬ ਕਿਤਾਬ ਲਾ ਲਿਆ। ਇਹ ਗੱਲ ਅਖਬਾਰ ਦੇ ਵਿੱਚ ਰਿਪੋਰਟ ਆ ਗਈ ਸੀ ਕਿ ਸਰਕਾਰ ਦੇ ਕੁਝ ਅਧਿਕਾਰੀ, ਸਰਕਾਰ ਦੇ ਮੰਤਰੀ, MLA ਤੇ ਕੁਝ ਉਹਨਾਂ ਨਾਲ ਰਲੇ ਮਿਲੇ ਹੋਏ ਜਿਹੜੇ ਅਧਿਕਾਰੀ ਨੇ, ਉਹ ਨੋਰਮਲ ਕਾਲਸ ਨਹੀਂ ਕਰਦੇ ਕਿਉਂਕਿ ਫੋਨ ਉਹਨਾਂ ਦੇ ਸਰਕਾਰੀ ਨੇ, ਟੈਬ ਵੀ ਹੁੰਦੇ ਹੋਣਗੇ, ਰਿਕਾਰਡਿੰਗਾਂ ਉਹਨਾਂ ਦੀਆਂ ਔਨ ਰੱਖੀਆਂ ਜਾਂਦੀਆਂ ਨੇ। ਉਹਨਾਂ ਨੂੰ ਹੋਰ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਨੇ, WhatsApp ਵਗੈਰਾ, ਉਹਨਾਂ ਤੇ ਕਾਲ ਕਰਨ ਲਈ ਆਖਿਆ ਜਾਂਦਾ ਕਿ ਉਹ ਰਿਕਾਰਡਿੰਗ ਨਾ ਹੋਵੇ ਜੀ, ਰਿਕਾਰਡ ਨਾ ਕੋਈ ਰਹਿ ਜਾਵੇ। ਸਿਸਟਮ ਤੇ ਇਹੋ ਜਿਹਾ ਚੱਲ ਰਿਹਾ ਸਾਡੇ ਮੁਲਕ ਵਿੱਚ। ਪੁੱਛਣਾ ਇੱਥੇ ਕਿਨ ਸੀ? ਇੱਕ ਰਿਕਾਰਡਿੰਗ ਕਿਸੇ ਬਾਹਰਲੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਧਮਕੀ ਵਾਲੀ ਕਿਸੇ ਨੂੰ ਆ ਜਾਵੇ, ਉਸ ਤੇ ਕੇਸ ਦਰਜ ਹੋਣਾ ਚਾਹੀਦਾ, ਬਰਖਾਸਤ ਹੋਣਾ ਤੇ ਬਹੁਤ ਛੋਟੀ ਗੱਲ ਹੈ ਜੀ। ਚਲੋ, ਭਾਰਤ ਭੂਸ਼ਣ ਆਸ਼ੂ ਦੀ ਅਸੀਂ ਗੱਲ ਕਰਦੇ ਹਾਂ। ਇੱਕ ਦਾਗੀ ਅਫਸਰ ਨੇ ਕੋਈ ਰੱਖੇ ਸਿੰਗਲਾ, ਫੂਡ ਐਂਡ ਸਪਲਾਈ ਮਹਿਕਮੇ ਦੇ ਅਫਸਰ, ਤੇ ਉਹਨਾਂ ਨੂੰ ਵੱਡੀਆਂ ਅਹੁਦਿਆਂ ਤੇ ਪਦਵੀਆਂ ਤੇ ਬੈਠਣ ਦਾ, ਮਾਨਣ ਦਾ ਮੌਕਾ ਮਿਲਿਆ ਆਸ਼ੂ ਸਾਹਿਬ ਦੇ ਰਾਜ ਦੇ ਵਿੱਚ ਜੀ। ਤੇ ਉਹ ਇਸ ਵੇਲੇ ਠੰਡੀਆਂ ਹਵਾਵਾਂ ਦੇ ਮੁਲਕ ਕੈਨੇਡਾ ਵਿੱਚ ਬੈਠੇ ਹੋਏ ਦੱਸੇ ਜਾਂਦੇ ਨੇ ਜੀ। ਤੇ ਜਿਸ ਦਿਨ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਗਲੇ ਨੂੰ ਹੱਥ ਪੈ ਸਕਦਾ, ਉਹ ਭੱਜ ਗਏ ਨੇ ਜੀ। ਉਹ ਐਵੇਂ ਨਹੀਂ ਭੱਜੇ, ਉਹਨਾਂ ਕੋਲ ਕੈਨੇਡੀਅਨ ਪਾਸਪੋਰਟ ਦੱਸਿਆ ਜਾਂਦਾ ਹੈ। ਸਰਕਾਰ ਉਹਨਾਂ ਨੂੰ ਬਰਖਾਸਤ ਕਰ ਚੁੱਕੀ ਹੈ ਨੌਕਰੀ ਤੋਂ ਜੀ, ਕਿ ਤੁਸੀਂ ਸਰਕਾਰੀ ਅਧਿਕਾਰੀ ਹੁੰਦੇ ਹੋਏ ਇੰਡੀਆ ਦੀ ਨਾਗਰਿਕਤਾ ਛੱਡ ਦਿੱਤੀ ਭਾਈ, ਤੇ ਤੁਸੀਂ ਭਾਰਤ ਦੇ ਨਾਗਰਿਕ ਨਹੀਂ, ਤੇ ਇੱਥੇ ਅਫਸਰ ਕਿਵੇਂ ਰਹਿ ਸਕਦੇ ਹੋ? ਹੁਣ ਟੈਂਡਰ ਘਪਲਾ ਜਿਹਦੇ ਕਰਕੇ ਭਾਰਤ ਭੂਸ਼ਣ ਆਸ਼ੂ ਜਿਹੜੇ ਨੇ ਅੰਦਰ ਨੇ, ਉਹਦੀਆਂ 2 ਵੱਡੀਆਂ ਫਾਈਲਾਂ ਜਿਹੜੀਆਂ ਉਹ ਗੁੰਮ ਹੋ ਗਈਆਂ ਜੀ। ਤੁਸੀਂ ਤੇ ਗੱਲ ਕੀਤੀ ਨਾ ਕਿ ਉਹਨਾਂ ਨੂੰ ਉਹਨਾਂ ਦੇ ਹੰਝੂ ਜਾਂ ਆਂਸੂ ਨਿਕਲਣਗੇ ਕਿ ਨਹੀਂ ਜੀ। ਇੱਕ ਫਾਈਲ ਜਿਹੜੀ ਹੈ ਉਹ ਦਾਗੀ ਅਫਸਰ ਰਕੇਸ਼ ਸਿੰਗਲਾ ਦੀ ਸੈਂਟਰਲ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਵੀ ਹੈ ਉਹਨਾਂ ਵਿੱਚੋਂ ਜੀ। ਤੇ ਦੂਸਰੀ ਫਾਈਲ ਸਿੰਗਲਾ ਨੂੰ ਟੈਂਡਰ ਅਲਾਟਮੈਂਟ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਵੀ ਹੈ ਜੀ। ਹੁਣ ਦੇਖੋ ਕਿੰਨੇ ਵੱਡੀਆਂ ਪੋਸਟਾਂ ਦੇ ਉੱਪਰ ਟੈਂਡਰ ਅਲਾਟਿੰਗ ਕਮੇਟੀ, ਕਿੱਡੀ ਇਹ ਛੋਟੀ ਮੋਟੀ ਪੋਸਟ ਹੈ
ਜੀ ਸਾਰਾ ਮਾਲ ਤੇ ਮਲਾਈ ਤੇ ਉੱਥੇ ਹੁੰਦੀ ਹੈ। ਜੀ ਉਹ ਹੁਣ ਉੱਥੇ ਤੇ ਮਲਾਈ ਤੁਸੀਂ ਜਦੋਂ ਕਿਤੇ ਇਕੱਠੀ ਕਰਨੀ ਹੋਵੇ, ਜੀ ਫਿਰ ਤੁਸੀਂ ਲਾਓਗੇ ਤਾਂ ਉੱਥੇ ਆਪਣਾ ਉਹ ਬੰਦਾ ਜਿਹਨੇ ਮਲਾਈ ਵਿੱਚੋਂ ਮਾੜੇ ਮੋਟਾ ਆਪ ਸਵਾਦ ਦੇਖ ਕੇ ਤੇ ਬਾਕੀ ਤੁਹਾਨੂੰ ਫੜਾ ਦੇਣੀ ਹੋਵੇ। ਜੀ ਤੇ ਸਵਾਦ ਵੀ ਕਿਹੜਾ ਥੋੜਾ ਹੁੰਦਾ ਹੈ। ਜਿਵੇਂ ਅਫਸਰ ਇੱਕ ਕਹਿ ਰਿਹਾ ਹੁਣ ਕਿ ਭਾਈ ਇਹ 2500 ਕਰੋੜ ਨਹੀਂ, ਇਹ 25,000 ਕਰੋੜ ਹੋ ਸਕਦਾ ਹੈ। ਜੀ ਇਸ ਦੀ ਚੰਗੀ ਤਰ੍ਹਾਂ ਜਾਂਚ ਕਰੋ। ਮੈਂ ਪਹਿਲਾਂ ਵੀ ਰੌਲਾ ਪਾਇਆ ਸੀ, ਮੇਰੀ ਕਿਸੇ ਨੇ ਸੁਣੀ ਨਹੀਂ। ਜੀ ਹੁਣ ਇਹ ਕਹਿਣ ਨੂੰ ਤੇ ਮਲਾਈ ਆ, ਮਲਾਈ ਤੇ ਪਿੰਡਾਂ ਵਿੱਚ ਆਮ ਹੁੰਦੀ ਸੀ, ਕਾਂਢਿਆਂ ਦੇ ਵਿੱਚ, ਤੇ ਜੀ ਉਹ ਪੇਂਡੂਆਂ ਵਾਸਤੇ ਤੇ ਵੱਡੀ ਗੱਲ ਨਹੀਂ। ਪਰ ਇਹ ਜਿਹੜੀ ਮਲਾਈ ਹੈ ਜਦੋਂ ਸਾਰੇ ਪੰਜਾਬ ਦੀ ਹੋਵੇ, ਸਾਰੇ 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 ਫੂਡ ਐਂਡ ਸਿਵਲ ਸਪਲਾਈ ਮਹਿਕਮੇ ਦੀ ਹੋਵੇ, ਜੀ ਟੈਂਡਰ ਵੱਡੇ ਵੱਡੇ ਹੋਣ, ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵਿੱਚ ਕੀ ਹੋਵੇਗਾ। ਜੀ ਉਹ ਫਾਈਲਾਂ ਗੁੰਮ ਨੇ। ਸਿੰਗਲਾ ਵੀ ਕਰੋੜਾਂ ਦੇ ਟੈਂਡਰ ਘਪਲੇ ਦੇ ਵਿੱਚ ਨਾਮਜ਼ਦ ਹੈ। ਜੀ ਘੁਟਾਲੇ ਦੀ ਘਪਲੇ ਦੀ ਜਾਂਚ ਦਾ ਪਤਾ ਲੱਗਦਿਆਂ ਹੀ ਜਨਾਬ ਹੁਣੀ ਵਿਦੇਸ਼ ਭੱਜ ਗਏ ਨੇ। ਨਹੀਂ ਹੁਣ ਪਤਾ ਕਿਹੜੇ ਮੁਲਕ ਵਿੱਚ ਬੈਠੇ ਨੇ, ਪਾਸਪੋਰਟ ਉਹਨਾਂ ਕੋਲ ਬਾਹਰਲਾ ਹੈ। ਜੀ ਉਹਨਾਂ ਨੂੰ ਆਪਣੇ ਅਹੁਦੇ ਤੋਂ ਲਾ ਦਿੱਤਾ ਗਿਆ। ਜੀ ਅਸਲ ਵਿੱਚ ਹੋਇਆ ਕੀ ਕਿ ਵਿਜੀਲੈਂਸ ਟੀਮ ਨੇ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਤੋਂ ਕੁਝ ਦਿਨ ਪਹਿਲਾਂ ਇਹ ਫਾਈਲਾਂ ਕੁਝ ਮੰਗੀਆਂ। ਜੀ ਇੱਕ ਹਫ਼ਤਾ ਜਿਹੜੀ ਸੀ ਉਹ ਖੋਜ ਕੀਤੀ ਗਈ ਫਾਈਲਾਂ ਦੀ। ਇੱਕ ਹਫ਼ਤਾ ਜਿਵੇਂ ਸਰਕਾਰੀ ਦਫ਼ਤਰਾਂ 'ਚ ਹੁੰਦਾ ਹੈ, ਜੀ ਕੱਢ ਵੀ ਫਾਈਲ, ਆਹ ਅਲਮਾਰੀ ਖੋਲ, ਉੱਥੇ ਟੇਬਲ ਥੱਲੇ ਦੇਖ। ਹਾਲਤ ਤੇ ਇਹ ਕਰ ਦਿੱਤੀ 60-70 ਸਾਲਾਂ 75 ਦੇ ਵਿੱਚ ਹਾਂਜੀ ਕਿ ਤੁਸੀਂ ਬਿਜਲੀ ਡਿਪਾਰਟਮੈਂਟ ਤੇ ਚਲੇ ਜਾਓ, ਕਿਸੇ ਇੱਕ ਦੋ ਬਿਜਲੀ ਘਰਾਂ ਨੂੰ ਛੱਡ ਕੇ ਤੁਸੀਂ ਹੋਰ ਇਸ ਤਰ੍ਹਾਂ ਦੇ ਜਿੱਥੇ ਰਿਕਾਰਡ ਆਫਿਸ ਬਣੇ ਹੋਏ ਨੇ ਉਹਨਾਂ ਦੀ ਹਾਲਤ ਤੇ ਦੇਖੋ, ਘੱਟਾ ਮਿੱਟੀ ਤੇ ਦੇਖੋ। ਉੱਥੇ ਤੁਸੀਂ ਜੀ ਡਿਜੀਟਲਾਈਜ਼ ਵੀ ਜੇ ਕੋਈ ਫਾਈਲਾਂ ਕੀਤੀਆਂ ਹੋਣਗੀਆਂ ਤੇ ਅਜੇ ਤੇ ਕਰਨ ਵਾਲੀਆਂ ਬਹੁਤ ਪਈਆਂ ਨੇ। ਜੀ ਇਸ ਤਰ੍ਹਾਂ ਦੇ ਬੁਰੇ ਹਾਲ ਨੇ, ਕਿੱਥੋਂ ਕੁਝ ਲੱਭ ਨਹੀਂ ਸਕਦਾ। 20 ਵਾਰੀ ਅਸੀਂ ਇਹ ਖਬਰ ਸੁਣ ਚੁੱਕੇ ਹਾਂ ਕਿ ਫਲਾਨੀ ਜਗ੍ਹਾ ਤੇ ਰਿਕਾਰਡ ਰੂਮ ਨੂੰ ਅੱਗ ਲੱਗ ਗਈ ਹੈ, ਫਲਾਨਾ ਹੋ ਗਿਆ। ਉਹ ਲੱਗਦੀ ਨਹੀਂ ਹੁੰਦੀ ਭਾਈ, ਲਾਈ ਜਾਂਦੀ ਹੈ ਹਮੇਸ਼ਾ। ਜੀ ਰਿਕਾਰਡ ਰੂਮ ਨੂੰ ਅੱਗ ਕਿਉਂ ਲੱਗਦੀ ਹੈ? ਜੀ ਇਹ ਫਾਈਲਾਂ ਹੁਣ ਨਹੀਂ ਲੱਭ ਰਹੀਆਂ। ਇੱਕ ਹਫ਼ਤਾ ਲੱਭੀਆਂ ਗਈਆਂ ਫਾਈਲਾਂ ਤੇ ਫਿਰ ਹੱਥ ਖੜੇ ਕਰ ਦਿੱਤੇ ਗਏ। ਹੈ ਨਹੀਂ ਜੀ, ਹੈ ਨਹੀਂ, ਕਿ ਫਲਾਨੇ ਨੂੰ ਮਿਲੀ, ਫਲਾਨੇ ਨੂੰ, ਸਾਨੂੰ ਨਹੀਂ ਪਤਾ, ਨਹੀਂ ਪਤਾ। ਨਹੀਂ ਪਤਾ ਦਾ ਤੇ ਕੋਈ ਜਵਾਬ ਹੀ ਨਹੀਂ ਹੁੰਦਾ। ਜੀ ਨਹੀਂ ਪਤਾ ਕੀ ਹੁੰਦਾ? ਜਿਹੜਾ ਇਗਨੋਰੈਂਸ ਇਜ਼ ਨੋ ਐਕਸਕਿਊਜ਼। ਹੁਣ ਇਸ ਦਾ ਇਲਾਜ ਕੀ ਹੈ? ਜੀ ਹੁਣ ਸਰਕਾਰ ਨੇ ਇਹਨਾਂ ਕੋਲੋਂ ਸਰਟੀਫਿਕੇਟ ਲੈਣੇ ਸ਼ੁਰੂ ਕਰ ਦਿੱਤੇ ਆ। ਫੂਡ ਐਂਡ ਸਪਲਾਈ ਜਿਹੜਾ ਮਹਿਕਮਾ ਹੈ ਕਿ ਜੀ ਭਾਈ ਸਾਨੂੰ ਸਰਟੀਫਿਕੇਟ ਦਿਓ, ਸਾਨੂੰ ਲਿਖ ਕੇ ਦਿਓ ਕਿ ਅਸੀਂ ਕੋਸ਼ਿਸ਼ ਕੀਤੀ ਤੇ ਸਾਨੂੰ ਲੱਭੇ ਨਹੀਂ, ਆ ਫਾਈਲਾਂ ਸੀਗੀਆਂ। ਜੀ ਹੁਣ ਇਸ ਤੋਂ ਬਾਅਦ ਜਦੋਂ ਸਰਟੀਫਿਕੇਟ ਤਿਆਰ ਹੋ ਜਾਣਗੇ ਤੇ ਫਿਰ ਪੁਲਿਸ ਜਿਹੜੀ ਹੈ ਕੇਸ ਦਰਜ ਕਰੇਗੀ। ਜੀ ਇਹ ਤਰੀਕਾ ਹੈ। ਹੁਣ ਇਨਫੋਰਸਮੈਂਟ ਡਾਇਰੈਕਟਰ ਇਸ ਦੇ ਵਿੱਚ ਵੀ ਸ਼ਾਮਲ ਹੋਇਆ ਹੈ ਕਿ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਨੂੰ ਦੀ ਲੈਟਰ ਨੂੰ ਲੈ ਕੇ ਅਸੀਂ ਖਿਲਾਫ ਕੇਸ ਦਰਜ ਹੈ। ਉਹਦੀ ਡਿਟੇਲ ਜਿਹੜੀ ਹੈ, ਕਿਉਂਕਿ ਹਜ਼ਾਰਾਂ ਕਰੋੜਾਂ ਦਾ ਘਪਲਾ ਤੇ ਉਸ ਵਿੱਚੋਂ ਇਨਫੋਰਸਮੈਂਟ ਡਾਇਰੈਕਟਰ ਨੇ ਵੀ ਮੰਗੀ ਹੈ ਕਿ ਅਸੀਂ ਵੀ ਹਿਸਾਬ ਲਾਈਏ ਕਿ ਕਿੱਥੇ ਕਿੱਥੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੋਈਆਂ ਨੇ, ਉਹ ਰਕਮ ਅਕਸਰ ਗਈ ਕਿੱਥੇ ਹੈ, ਉਹ ਪੈਸੇ ਕਿੱਥੋਂ ਆਏ ਨੇ। ਹੁਣ ਇਹ ਸਾਰੀਆਂ ਲੈਣ ਦੇਣ ਦੀ ਜਾਂਚ ਜਿਹੜੀ ਹੈ ਇਹ ਹੋਵੇਗੀ। ਮੈਨੂੰ ਲੱਗਦਾ ਹੈ ਕਿ ਜੇ ਇਹ ਫਾਈਲਾਂ ਗੁੰਮ ਹੋਣ ਵਾਲਾ ਮਸਲਾ ਜਿਹੜਾ ਹੈ, ਜੇ ਇਸ ਤਰ੍ਹਾਂ ਹੋਵੇ, ਤੇ ਮੈਂ ਇੱਕ ਘਟਨਾ ਯਾਦ ਕਰਾਉਣੀ ਤੁਹਾਨੂੰ ਚਾਹੁੰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਨੇ ਤੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਉਹਨਾਂ ਨੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ। ਜੀ ਰੋਪੜ ਦੀ ਅਦਾਲਤ ਵਿੱਚ ਉਹਨਾਂ ਦੀ ਪੇਸ਼ੀ ਹੁੰਦੀ ਹੈ ਜੀ ਤੇ ਉੱਥੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ। ਉਹ ਤੇ ਜ਼ਮਾਨਤ ਲੈਣ ਵਾਸਤੇ ਗਏ ਸੀ ਉੱਥੇ। ਚਲੋ ਭਾਵੇਂ ਇੱਕ ਦਿਨ ਬਾਅਦ ਜ਼ਮਾਨਤ ਹੋ ਜਾਂਦੀ ਆ, ਪਰ ਉੱਥੇ ਕੀ ਕੀਤਾ, ਜੋ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਵਕੀਲ ਸਨ, ਜੀ ਉਹਨਾਂ ਵੱਲੋਂ ਇਹ ਇੱਕ ਡਾਕੂਮੈਂਟ ਪੇਸ਼ ਕਰ ਦਿੱਤਾ ਗਿਆ ਜਿਸ ਤਹਿਤ ਸਰਕਾਰੀ ਦਸਤਾਵੇਜ਼ਾਂ ਦੀ ਜਾਣਕਾਰੀ ਦੇ ਦਿੱਤੀ ਗਈ। ਜੀ ਕਿਆ ਦੇਖੋ ਸਾਡੇ ਤੇ ਕੇਸ ਤਿਆਰ ਕੀਤਾ ਜਾ ਰਿਹਾ ਸੀ, ਸਾਨੂੰ ਪਹਿਲੇ ਫਸਾਉਣ ਦੇ ਤਰੀਕੇ ਸੀ, ਆਹ ਦੇਖੋ ਸਰਕਾਰੀ ਫਾਈਲਾਂ ਕੀ ਕਹਿੰਦੀਆਂ। ਜੀ ਉਹ ਜੋ ਸਰਕਾਰੀ ਧਿਰ ਸੀ ਉਹਨਾਂ ਨੇ ਕਿਹਾ ਦੇਖੋ ਜੀ, ਇਹ ਬੰਦੇ ਸਰਕਾਰ ਵਿੱਚ ਨਾ ਰਹਿੰਦੇ ਹੋਏ ਸਰਕਾਰੀ ਫਾਈਲਾਂ ਤੇ ਇਹ ਜਿਹੜਾ ਇਹਨਾਂ ਦਾ ਪਹੁੰਚ ਹੈ, ਇਹ ਦਿਖਾਉਣ ਨੂੰ ਫਿਰਦੇ ਨੇ ਕੋਰਟ ਦੇ ਵਿੱਚ, ਤੇ ਇਹ ਤੇ ਕੱਲ ਨੂੰ ਕੇਸ ਦਾ ਨੁਕਸਾਨ ਕਰਨਗੇ। ਜੀ ਤੁਸੀਂ ਇਦਾਂ ਕਰੋ ਜੀ, ਇਹਨਾਂ ਨੂੰ ਅੰਦਰ ਦਿਓ। ਉਹ ਦੱਸਿਆ ਜਾਂਦਾ ਹੈ ਕਿ ਅਜਿਹਾ ਹੀ ਕੁਝ ਕੇਸ ਤਿਆਰ ਕਰਕੇ ਉਹਨਾਂ ਨੂੰ ਇੱਕ ਅੱਧੇ ਦਿਨ ਵਾਸਤੇ ਅੰਦਰ ਕੀਤਾ ਗਿਆ ਸੀ। ਜੀ ਸੋ ਜੇ ਇਹ ਫਾਈਲਾਂ ਗੁੰਮ ਹੋਈਆਂ ਨੇ ਤੇ ਆਸ਼ੂ ਜੀ ਦਾ ਰਿਮਾਂਡ ਲੰਬਾ ਹੋ ਸਕਦਾ ਹੈ, ਕਿਉਂਕਿ ਛੋਟੀ ਮੋਟੀ ਗੱਲ ਨਹੀਂ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਕੇਸ ਬਣ ਜਾਂਦਾ ਹੈ। ਜੀ ਪਰ ਉਹ ਕਿਹੜੇ ਸਬੂਤ ਹੋਣਗੇ ਬਿਲਗਾ ਜੀ, ਤੁਸੀਂ ਆਪ ਅੰਦਾਜ਼ਾ ਲਾ ਲਓ ਜੀ ਕਿ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀਆਂ ਫਾਈਲਾਂ ਨੂੰ ਗੁੰਮ ਕਰਕੇ ਤੇ ਪਤਾ ਨਹੀਂ ਨਾਲ ਲੈ ਗਏ ਨੇ ਜਨਾਬ ਹੋਰੀ, ਤੇ ਉਹ ਵਿਦੇਸ਼ ਭੱਜ ਗਏ ਨੇ, ਤੇ ਉਹਨਾਂ ਨੂੰ ਲਿਆਉਣ ਦਾ ਕੀ ਤੌਰ ਤਰੀਕਾ ਹੈ, ਉਹਨਾਂ ਦਾ ਤਾਂ ਪਤਾ ਵੀ ਹੋਵੇਗਾ। ਸਰਕਾਰੀ ਅਧਿਕਾਰੀ ਨੇ, ਉਹਨਾਂ ਦੀ ਜਾਇਦਾਦ ਇੱਥੇ ਹੋਵੇਗੀ, ਸਭ ਕੁਝ ਹੋਵੇਗਾ, ਸਭ ਕੁਝ ਹੋ ਸਕਦਾ ਹੈ। ਇਹ ਕੋਈ ਗੈਂਗਸਟਰ ਥੋੜ੍ਹੀ ਹੈ ਜੀ ਕਿ ਥਾਂ ਟਿਕਾਣਾ ਹੀ ਕੋਈ ਨਹੀਂ। ਸਰਕਾਰ ਇਸ ਮਾਮਲੇ ਤੇ ਇਸ ਵੇਲੇ ਉਹਨਾਂ ਦੇ ਹੱਥ ਇੱਕ ਕਿਸਮ ਦੇ ਖਾਲੀ ਨੇ, ਪਰ ਖਾਲੀ ਹੱਥਾਂ 'ਚ ਵੀ ਕੁਝ ਨਾ ਕੁਝ ਗੱਲ ਹੁੰਦੀ ਹੈ, ਇਹ ਵੀ ਬਹੁਤ ਕੁਝ ਬਿਆਨ ਕਰਦੇ ਨੇ। ਸੋ ਮੈਨੂੰ ਲੱਗਦਾ ਹੈ ਕਿ ਕੇਸ ਅਜੇ ਇੰਟਰਸਟਿੰਗ ਬਣੇਗਾ। ਜੀ ਹੀਰ ਸਾਹਿਬ, ਦੇਖਦੇ ਆ ਕਿ ਅਫਸਰਾਂ ਨੂੰ ਕਹਿਣ ਵਾਲਾ ਕਿ ਜਾਂ ਕਹਿ ਦਿਓ ਹਾਈ ਕੋਰਟ ਨੂੰ, ਮੰਤਰੀ ਨਹੀਂ ਮੰਨਦਾ। ਹੁਣ ਦੇਖਦੇ ਆ ਕਿ ਇਦਾਂ ਦੀਆਂ ਚੋਰ ਮਘੋਰੀਆਂ ਰਾਹੀਂ ਆਸ਼ੂ ਜੀ ਕੋਰਟ ਤੋਂ ਕੋਈ ਫਾਇਦਾ ਲੈ ਸਕਦੇ ਜਾਂ ਨਹੀਂ ਲੈ ਸਕਦੇ, ਆਉਣ ਵਾਲਾ ਸਮਾਂ ਦੱਸੇਗਾ।
ਕੈਪਟਨ ਅਮਰਿੰਦਰ ਸਿੰਘ ਦੀ ਹੀਰ ਸਾਹਿਬ ਜੇ ਗੱਲ ਕਰੀਏ ਤੇ 9 ਸਾਲ ਤੋਂ ਉੱਪਰ ਦਾ ਕਾਂਗਰਸ ਦਾ ਸੱਤਾ ਦਾ ਰਾਜ ਭੋਗਿਆ ਤੇ ਜਦੋਂ ਭਾਜਪਾ ਨੂੰ ਜੱਫੀਆਂ ਪਾਉਣ ਲੱਗਿਆ ਇੱਕ ਮਿੰਟ ਨਹੀਂ ਲਾਇਆ। ਤੇ ਖਬਰਾਂ ਦੇ ਵਿੱਚ ਇਸ ਵਕਤ ਫਿਰ ਦੁਬਾਰਾ ਤਸਵੀਰਾਂ ਛਪ ਰਹੀਆਂ ਨੇ ਕਿ ਭਾਜਪਾ ਦੇ ਆਲਾ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਦੇ ਸਮੇਤ ਦੁਬਾਰਾ ਮਿਲਣੀ ਕਰ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਦੀ ਤਸਵੀਰ ਹੋ ਸਕਦੀ ਆ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਰਾਜਨੀਤਿਕ ਤੌਰ ਤੇ ਪੰਜਾਬ ਦੀ ਭਾਜਪਾ ਦੀ? ਤੁਸੀਂ 9.5 ਸਾਲ ਦੀ ਉਹਨਾਂ ਦੀ ਸੱਤਾ ਭੋਗਣ ਦੀ ਗੱਲ ਕੀਤੀ ਹੈ। ਮੈਂ ਇਸ ਨੂੰ 20 ਸਾਲ ਦੇਖਦਾ ਜੀ, 21 ਸਾਲ ਦੇ ਕਰੀਬ ਜੀ। ਉਹ ਇਸ ਤਰ੍ਹਾਂ ਕਿ ਜਦੋਂ 97 ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ ਤੇ 2002 ਵਿੱਚ ਜਦੋਂ ਪਹਿਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਬਣਦੇ ਨੇ, ਬਾਅਦ ਵਿੱਚ ਅਕਾਲੀ ਦਲ ਨੂੰ ਹਰਾ ਕੇ ਕਾਂਗਰਸ ਪਾਰਟੀ ਜਿੱਤਦੀ ਹੈ ਜੀ। ਉਸ ਤੋਂ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਜਿਹੜੀ ਸੀ ਉਹ ਬੜੀ ਤਾਕਤ ਆ ਗਈ ਸੀ। ਕਾਂਗਰਸ ਦੇ ਉਹ ਆਗੂ ਬਣ ਚੁੱਕੇ ਸੀ ਜੀ, ਨਾਮ ਬਣ ਚੁੱਕਾ ਸੀ ਕੈਪਟਨ ਦਾ ਜੀ। ਔਰ ਅਗਲੇ 20 ਸਾਲ ਵਾਸਤੇ ਉਹ ਪੰਜਾਬ ਦੇ ਸਿਆਸੀ ਦ੍ਰਿਸ਼ ਤੇ ਛਾਏ ਰਹਿੰਦੇ ਨੇ, ਚਾਹੇ ਉਹ ਆਪੋਜੀਸ਼ਨ ਦੇ ਵਿੱਚ ਹੋਣ ਤੇ ਚਾਹੇ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਹੋਣ। ਛੋਟੀ ਗੱਲ ਨਹੀਂ ਸੀ ਜੀ। ਤੇ ਖਾਸ ਤੌਰ ਤੇ ਜਦੋਂ ਇਹ ਦੋਸ਼ ਲੱਗਦੇ ਹੋਣ ਕਿ ਅਕਾਲੀ ਦਲ ਵੀ ਆਪਣਾ ਹੀ ਹੈ, ਪ੍ਰਕਾਸ਼ ਸਿੰਘ ਬਾਦਲ ਵੀ ਆਪਣੀ ਹੈ, ਫਲਾਨਾ ਵੀ ਆਪਣਾ ਹੀ ਹੈ, ਤੇ ਫਿਰ ਸੱਤਾ ਵਿੱਚ ਹੋਏ ਜਾਂ ਬਾਹਰ ਹੋਏ ਕੋਈ ਫਰਕ ਤਾਂ ਪੈਂਦਾ ਨਹੀਂ ਇਸ ਗੱਲ ਨਾਲ ਜੀ। ਹੁਣ ਮੈਂ ਗੱਲ ਕਰਦਾ ਕਿ ਕੈਪਟਨ ਸਾਹਿਬ ਜਿਹੜੇ ਨੇ ਇਸ ਵੇਲੇ ਉਹ ਸਿਆਸੀ ਦ੍ਰਿਸ਼ ਤੋਂ ਲਾਂਭੇ ਜਿਹੇ ਹੋ ਗਏ ਨੇ। ਆਪਣੀ ਜੱਦੀ ਸੀਟ ਹਾਰ ਜਾਣੀ ਆਪਣੇ ਇਲਾਕੇ ਦੇ ਵਿੱਚੋਂ, ਆਪਣੇ ਘਰ ਦੇ ਵਿੱਚੋਂ, ਤੇ ਉਹਨਾਂ ਨੂੰ ਹਰਾਉਣ ਵਾਲੇ ਜਿਹੜੇ ਸੀ ਉਹਨਾਂ ਨੇ ਕੁਝ ਖਾਸ ਕੀਤਾ ਵੀ ਨਹੀਂ ਤੇ ਜਿੱਤ ਦਾ ਸਰਟੀਫਿਕੇਟ ਪ੍ਰਾਪਤ ਕੀਤਾ ਤੇ ਸਕੂਟਰ ਨੂੰ ਕਿੱਕ ਮਾਰੀ ਤੇ ਆ ਗਏ ਨੇ ਜੀ। ਕੈਪਟਨ ਸਾਹਿਬ ਦੀਆਂ ਵੱਡੀਆਂ ਵੱਡੀਆਂ ਕਾਰਾਂ ਨੂੰ ਜਿਹੜਾ ਲੋਕਾਂ ਨੇ ਪੁੱਛਿਆ ਨਹੀਂ, ਪਛਾਣਿਆ ਤੱਕ ਨਹੀਂ ਜੀ। ਹੁਣ ਗੱਲ ਇਹ ਹੈ ਕਿ ਕੈਪਟਨ ਸਾਹਿਬ ਵਾਸਤੇ ਇਹ ਸਮਾਂ ਥੋੜਾ ਜਿਹਾ ਨਾ ਉਹ ਟ੍ਰਾਂਜੀਸ਼ਨ ਦਾ ਜੀ। ਇੱਕ ਤੇ ਇਹ ਆ ਕਿ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਪੋਲੀਟੀਕਲ ਲੈਗੇਸੀ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ ਜੀ। ਉਹ ਲੈਗੇਸੀ ਇਹ ਹੈ ਕਿ ਪਰਿਵਾਰ ਦੇ ਵਿੱਚੋਂ ਕੌਣ ਮਿਸਾਲ ਜਿਹੜੀ ਆ ਉਹ ਅੱਗੇ ਲੈ ਕੇ ਤੁਰੇਗਾ ਜੀ। ਹੁਣ ਨਹਿਰੂ ਫੈਮਿਲੀ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਕਹਾਣੀ ਦਾ ਪਤਾ ਹੈ, ਇੰਦਰਾ ਹੈ, ਰਾਜੀਵ ਗਾਂਧੀ ਹੈ, ਉਸ ਤੋਂ ਬਾਅਦ ਥੋੜ੍ਹੇ ਜਿਹੇ ਦੋ ਧਿਰਾਂ ਬਣਦੀਆਂ ਨੇ। ਇੱਕ ਧਿਰ ਜਿਹੜੀ ਬੀਜੇਪੀ ਵੱਲ ਨੂੰ ਹੋ ਜਾਂਦੀ, ਮੇਨਕਾ ਤੇ ਵਰੁਣ, ਤੇ ਇੱਧਰ ਰਾਹੁਲ, ਪ੍ਰਿਅੰਕਾ ਤੇ ਸੋਨੀਆ ਜਿਹੜੇ ਨੇ ਗਰੁੱਪ ਬਣ ਜਾਂਦਾ। ਉਹਨਾਂ ਨੂੰ ਵੀ ਚੈਲੰਜਸ ਨੇ ਪਰ ਉਹ ਸਿਆਸੀ ਦ੍ਰਿਸ਼ ਤੇ ਰਹਿੰਦੇ ਨੇ। ਪੋਲੀਟੀਕਲ ਲੈਗੇਸੀ ਅੱਗੇ ਵਧਦੀ ਹੋਈ ਨਜ਼ਰ ਸਹੀ ਤਰੀਕੇ ਨਾਲ ਨਹੀਂ ਆ ਰਹੀ ਜੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਆ ਜਾਈਏ, ਹੋਰਨਾਂ ਸੂਬਿਆਂ ਦੇ ਵਿੱਚ ਵੀ ਇਹੋ ਹੀ ਹਾਲ ਹੈ ਬਹੁਤ ਜਗ੍ਹਾ ਤੇ। ਜੰਮੂ ਕਸ਼ਮੀਰ ਦੀ ਗੱਲ ਹੈ, ਮੈਂ ਹੁਣ ਬਹੁਤ ਸਾਰੇ ਗਿਣ ਸਕਦਾ ਜੀ। ਹੁਣ ਇੱਥੇ ਆ ਜਾਈਏ ਪੰਜਾਬ ਦੇ ਵਿੱਚ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪੋਲੀਟੀਕਲ ਲੈਗੇਸੀ ਕੈਰੀ ਕਰ ਰਹੇ ਨੇ, ਭਾਵੇਂ ਇਸ ਵੇਲੇ ਹਾਸ਼ੀਏ ਤੇ ਨੇ ਜੀ। ਇਸੇ ਤਰ੍ਹਾਂ ਸਿਮਰਜੀਤ ਸਿੰਘ ਮਾਨ ਦੇ ਮਾਮਲੇ ਵਿੱਚ ਵੀ ਦੇਖਿਆ ਕਿ ਜਦੋਂ ਮਾੜਾ ਜਿਹਾ ਉਹਨਾਂ ਦਾ ਵਾਰ ਹੁੰਦਾ ਤੇ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੇ ਪੁੱਤਰ ਦਾ ਨਾਮ ਵੀ ਨਹੀਂ ਸੀ ਪਤਾ ਕਿ ਉਹਦਾ ਨਾਮ ਕੀ ਹੈ, ਇਲੈਕਸ਼ਨ ਭਾਵੇਂ ਉਹਨੇ ਲੜੀ ਹੋਈ ਸੀ, ਪਰ ਉਹ ਵੀ ਸਿਆਸੀ ਦ੍ਰਿਸ਼ ਤੇ ਸਾਹਮਣੇ ਆ ਜਾਂਦੇ ਨੇ ਜੀ। ਹੁਣ ਹੋਰ ਵੀ ਇਸ ਤਰ੍ਹਾਂ ਦੇ ਨਾਮ ਨੇ। ਹੌਲੀ ਹੌਲੀ ਅੱਗੇ ਕੰਮ ਚੱਲਦਾ ਰਹਿੰਦਾ ਜੀ। ਹੁਣ ਇਸੇ ਦੇ ਤਹਿਤ ਜਿਹੜੀ ਪੋਲੀਟੀਕਲ ਲੈਗੇਸੀ ਨੂੰ ਪ੍ਰੋਪਰ ਤਰੀਕੇ ਨਾਲ ਕੈਰੀ ਕਰਨ ਦੀ ਗੱਲ ਹੈ ਉਹ ਸਾਹਮਣੇ ਨਜ਼ਰ ਨਹੀਂ ਆਈ ਕੈਪਟਨ ਅਮਰਿੰਦਰ ਸਿੰਘ ਨੂੰ ਵੀ। ਰਣਿੰਦਰ ਸਿੰਘ ਜਿਹੜੇ ਨੇ ਉਹਨਾਂ ਦੇ ਸਪੁੱਤਰ ਜਿਹੜੇ ਨੇ ਉਹ ਲੱਗਾ ਨਹੀਂ ਕਦੇ ਇਸ ਤਰ੍ਹਾਂ ਕਿ ਉਹ ਜਿਹੜਾ ਅਮਰਿੰਦਰ ਸਿੰਘ ਵਾਲਾ ਖਾਲੀ ਥਾਂ ਭਰ ਸਕਣਗੇ ਜੀ। ਪਰ ਹੁਣ ਕੀ ਹੋਇਆ, ਪ੍ਰਨੀਤ ਕੌਰ ਭਾਵੇਂ ਉਹ ਮੈਂਬਰ ਪਾਰਲੀਮੈਂਟ ਅਜੇ ਵੀ ਨੇ ਪਰ ਉਹ ਕੇਂਦਰ ਵਿੱਚ ਮੰਤਰੀ ਵੀ ਰਹੇ ਨੇ, ਪਰ ਉਹ ਇੱਕ ਵੱਖਰਾ ਜਿਹਾ ਉਹਨਾਂ ਦਾ ਸਿਸਟਮ ਰਿਹਾ। ਹੁਣ ਆ ਜਾਈਏ ਕਿ ਬੀਜੇਪੀ ਨਾਲ ਇਹਨਾਂ ਦਾ ਮੇਲ ਜੋਲ ਹੁੰਦਾ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸਾਰਿਆਂ ਨੂੰ ਪਤਾ ਗੱਠਜੋੜ ਹੁੰਦਾ, ਕੱਖ ਪੱਲੇ ਨਹੀਂ ਪੈਂਦਾ। ਬੀਜੇਪੀ ਆਪਣੇ ਤੌਰ ਤੇ 2 ਸੀਟਾਂ ਜਿੱਤ ਜਾਂਦੀ ਹੈ ਜੀ, ਪਰ ਕੋਈ ਬਹੁਤਾ ਹੱਥ ਨਹੀਂ ਹੁੰਦਾ। ਦੁਆਬੇ ਦੇ ਵਿੱਚੋਂ 2 ਸੀਟਾਂ ਉਹਨਾਂ ਨੂੰ ਮਿਲਦੀਆਂ ਨੇ ਜੀ। ਹੁਣ ਦੁਆਬੇ ਚੋਂ ਜਾਂ ਕਹਿ ਲਓ ਕਿ ਪਠਾਨਕੋਟ ਜਾਂ ਇੱਧਰੋਂ ਜੋ ਵੀ ਉਹ ਹਲਕੇ ਸੀ ਬਿਆਸ ਦਰਿਆ ਦੇ ਆਸੇ ਪਾਸਿਓਂ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਨਰਿੰਦਰ ਮੋਦੀ ਦਾ ਸਮਾਂ ਦੇਣਾ, ਲੰਬਾ ਸਮਾਂ, ਤੇ ਨਾਲ ਬੇਟੇ ਦਾ ਉਹਨਾਂ ਦਾ ਉੱਥੇ ਜਾਣਾ ਬਹੁਤ ਵੱਡੇ ਇੱਕ ਰਾਜਨੀਤਿਕ ਹਲਚਲ ਵੱਲ ਇਸ਼ਾਰਾ ਕਰਦਾ ਹੈ। ਉਹ ਕੀ ਹੋਵੇਗੀ? ਕੀ ਕੈਪਟਨ ਅਮਰਿੰਦਰ ਸਿੰਘ ਜੋ ਉਮਰਦਰਾਜ਼ ਵੀ ਨੇ, ਉਹਨਾਂ ਦੀ ਪਿੱਠ ਦਾ ਆਪਰੇਸ਼ਨ ਵੀ ਹੋਇਆ ਹੈ, ਹੋਰ ਵੀ ਉਹਨਾਂ ਨੂੰ ਕੋਈ ਜਿਹੜਾ ਹੈ ਉਹ ਕੋਈ ਇਸ ਤਰ੍ਹਾਂ ਦਾ ਅਜੇ ਕੋਈ ਨਜ਼ਰ ਨਹੀਂ ਆ ਰਿਹਾ, ਪਰ ਕੀ ਉਹਨਾਂ ਨੂੰ ਇਸ ਪੱਧਰ ਦੇ ਸਮਝਦੀ ਭਾਜਪਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਅੱਗੇ ਲਾਇਆ ਜਾ ਸਕਦਾ ਜੀ? ਭਾਜਪਾ ਆਪਣੇ ਤੌਰ ਤੇ ਪੰਜਾਬ ਵਿੱਚ ਫਾਈਟ ਕਰਨਾ ਚਾਹੁੰਦੀ ਹੈ। ਪਿਛਲੇ ਦਿਨਾਂ ਦੀਆਂ ਮੀਟਿੰਗਾਂ ਨਰਿੰਦਰ ਮੋਦੀ ਜੀ ਦੀਆਂ, ਜੋ ਪੰਜਾਬ ਭਾਜਪਾ ਦੇ ਆਗੂਆਂ ਨਾਲ ਜਿਹੜੀ ਫੋਟੋ ਆਈ ਹੈ, ਜਿਸ ਦੇ ਵਿੱਚ ਜਿਸ ਗੰਭੀਰਤਾ ਨਾਲ ਉਹਨਾਂ ਦੀ ਗੱਲ ਸੁਣ ਰਹੇ ਨੇ ਪੰਜਾਬ ਦੇ ਮੁੱਦਿਆਂ ਤੇ, ਪੰਜਾਬ ਉਹਨਾਂ ਲਈ ਅਹਿਮ ਹੈ ਔਰ ਉਹਨਾਂ ਦੀ ਸਿਰਦਰਦੀ ਹੋ ਰਿਹਾ ਹੈ। ਇੱਥੇ ਇੱਕ ਸਿਆਸੀ ਬਦਲਾਅ ਜਿਹੜਾ ਹੈ ਉਹ ਆਇਆ। ਸਿਆਸੀ ਬਦਲਾਅ ਮੈਂ ਕਰ ਰਿਹਾ, ਅਜੇ ਤੱਕ ਹਾਲਾਤਾਂ ਦੇ ਬਦਲਾਅ ਦੀ ਗੱਲ ਨਹੀਂ, ਸਿਆਸੀ ਬਦਲਾਅ ਆਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਦਿੱਲੀ ਤੋਂ ਬਾਅਦ ਪਹਿਲੀ ਵਾਰੀ। ਇਹ ਚੈਲੰਜ ਹੋਰ ਥਾਂ ਵੀ ਖੜਾ ਹੋ ਸਕਦਾ ਤੇ ਇਸ ਨੂੰ ਭਾਜਪਾ ਗੰਭੀਰਤਾ ਨਾਲ ਲੈ ਰਹੀ ਹੈ। ਕਿਸੇ ਤਿਨਕੇ ਦਾ ਵੀ ਉਹਨਾਂ ਨੂੰ ਸਹਾਰਾ ਮਿਲੇ ਇਸ ਵੇਲੇ ਤੇ ਉਹ ਵੀ ਉਹਨਾਂ ਲਈ ਵਾਧੂ ਹੋਵੇਗਾ। ਇੱਕ ਮੈਂ ਇੱਥੇ ਜ਼ਾਹਰ ਕਰ ਦੇਵਾਂ ਕਿ ਭਾਜਪਾ ਭਾਵੇਂ ਪੰਜਾਬ ਵਿੱਚ ਅੱਗੇ ਵਧ ਰਹੀ ਹੈ, ਵੋਟ ਸ਼ੇਅਰ ਉਹਨਾਂ ਦਾ ਵਧ ਰਿਹਾ, ਇਕੱਲੇ ਹੋ ਕੇ ਚੋਣ ਲੜ ਰਹੇ ਨੇ, ਪਰ ਇਹ ਗੱਲ ਯਾਦ ਰੱਖੋ
ਜੀ ਕਿ ਯੂਪੀ ਵਿੱਚ ਠੋਕ ਕੇ ਜਿੱਤੇ ਨੇ, ਹੋਰਨਾਂ ਸੂਬਿਆਂ 'ਚ ਵੀ ਜਿੱਤੇ ਨੇ, ਪਰ ਪੰਜਾਬ ਦੇ ਵਿੱਚ ਸਿਰਫ 2 ਸੀਟਾਂ ਹੀ ਨੇ। ਤੇ ਪੰਜਾਬ ਐਂ ਬਹੁਤ ਹੈ, ਇਹ ਗੇਟਵੇ ਆ ਸਾਰੇ ਇੰਡੀਆ ਦਾ। ਭਾਵੇਂ ਛੋਟਾ ਸੂਬਾ, ਥੋੜ੍ਹੀਆਂ ਸੀਟਾਂ ਨੇ ਲੋਕ ਸਭਾ ਦੀਆਂ, ਵਿਧਾਨ ਸਭਾ ਦੀਆਂ, ਪਰ ਇਹਦੀ ਅਹਿਮੀਅਤ ਬਹੁਤ ਹੈ। ਜੀ ਜੀ ਹੀਰ ਸਾਹਿਬ, ਕਰਦੇ ਹਾਂ ਕੁਝ ਹੋਰ ਗੱਲਾਂ ਬਾਤਾਂ। ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਵਾਗਤ ਮੁੜ ਤੋਂ। ਗੱਲ ਕਰ ਰਹੇ ਸੀ ਪੰਜਾਬ ਦੀ ਰਾਜਨੀਤੀ ਤੋਂ ਬਾਅਦ ਦੇਸ਼ ਦੀ ਰਾਜਨੀਤੀ ਦੀ। ਹੀਰ ਸਾਹਿਬ, ਤੁਹਾਨੂੰ ਯਾਦ ਹੋਣਾ ਆ ਕੋਈ ਲਗਭਗ 2010-11 ਦਾ ਸਮਾਂ ਸੀ ਤੇ ਦੇਸ਼ ਦੇ ਵਿੱਚ ਇੱਕ ਇੱਦਾਂ ਦਾ ਅੰਦੋਲਨ ਉੱਠਿਆ ਕਿ ਉਸ ਅੰਦੋਲਨ ਦੇ ਵਿੱਚ ਚਿੱਟੇ ਰੰਗ ਦੀਆਂ ਟੋਪੀਆਂ ਤਕਰੀਬਨ ਪੂਰੇ ਦੇਸ਼ ਵਿੱਚ ਦਿਸਣ ਲੱਗ ਪਈਆਂ ਸੀ। ਮੈਂ ਗੱਲ ਕਰ ਰਿਹਾ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਦੀ। ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਜਿਹੜੇ ਰਾਜਨੀਤਿਕ ਉਹਦੇ ਧੀਆਂ ਪੁੱਤ ਸੀ, ਉਹ ਤਾਂ ਸਾਰੇ ਰਾਜਨੀਤੀ ਸੈੱਟ ਹੋ ਗਏ। ਉਸ ਤੋਂ ਬਾਅਦ ਤਮਾਮ ਮੁੱਦੇ ਭਾਰਤ ਦੀ ਸਿਆਸਤ ਵਿੱਚ ਆਏ ਨੇ, ਤਮਾਮ ਮੁੱਦੇ ਗਏ ਨੇ, ਪਰ ਅੰਨਾ ਹਜ਼ਾਰੇ ਜਿਹੜੇ ਸੀ ਉਹ ਮੁੜ ਕੇ ਦੁਬਾਰਾ ਉਹ ਲੈ ਨਹੀਂ ਦਿਖਾ ਸਕੇ, ਕਿਸੇ ਮੁੱਦੇ ਤੇ ਚੱਜ ਨਾਲ ਬੋਲੇ ਹੀ ਨਹੀਂ। ਹੁਣ ਇੱਕ ਚਿੱਠੀ ਉਹਨਾਂ ਦੀ ਆਈ ਆ, ਕੀ ਮਾਜਰਾ? ਅੰਨਾ ਹਜ਼ਾਰੇ ਆਪਣੇ ਆਪ ਨੂੰ ਗਾਂਧੀਵਾਦੀ ਕਹਿੰਦੇ ਨੇ ਜੀ। ਇੱਕ ਮਯੰਕ ਗਾਂਧੀ ਨਾਂ ਦੇ ਇੱਕ ਸਮਾਜਿਕ ਕਾਰਕੁਨ ਨੇ ਜੀ। ਅੰਨਾ ਹਜ਼ਾਰੇ ਦੇ ਵੀ ਕਾਫੀ ਨਜ਼ਦੀਕ ਰਹੇ ਨੇ ਜੀ। ਉਹਨਾਂ ਦੀ ਇੱਕ ਕਿਤਾਬ ਹੈ, ਜਿਵੇਂ ਅਸੀਂ ਕਹਿੰਦੇ ਨਾ ਅਪ ਐਂਡ ਡਾਊਨ, ਉਹਨਾਂ ਦੀ ਕਿਤਾਬ ਹੈ ਆਪ ਐਂਡ ਡਾਊਨ, AAP, ਆਪ ਐਂਡ ਡਾਊਨ। ਉਸ ਵਿੱਚ ਉਹਨਾਂ ਨੇ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ 2014 ਦੀ ਇਲੈਕਸ਼ਨ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਜੀ। ਜੇ ਅਸੀਂ ਕਾਂਗਰਸ ਦੇ ਲੋਕਾਂ ਦੇ ਪੁਆਇੰਟ ਆਫ ਵਿਊ ਤੋਂ ਅਸੀਂ ਗੱਲ ਕਰੀਏ ਤੇ ਉਹ ਕਿਸੇ ਸਟੇਜ ਤੇ ਭਾਵੇਂ ਨਾ ਕਹਿਣ, ਮਨੀਸ਼ ਤਿਵਾੜੀ ਨੇ ਇੱਕ ਵਾਰੀ ਕਹਿ ਦਿੱਤਾ ਸੀ, ਅੰਨਾ ਹਜ਼ਾਰੇ ਤੁਸੀਂ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਭ੍ਰਿਸ਼ਟ ਹੋ, ਤੁਸੀਂ ਆਓ, ਫਿਰ ਮਾਫੀ ਮੰਗਣੀ ਪਈ ਸੀ ਜੀ। ਭ੍ਰਿਸ਼ਟਵਾੜੀ ਤੇ ਗੱਲ ਨਹੀਂ ਹੈ ਅੰਨਾ ਹਜ਼ਾਰੇ ਦੇ ਮਾਮਲੇ 'ਚ ਜੀ। ਹੁਣ ਗੱਲ ਇਹ ਹੈ ਕਿ ਕਾਂਗਰਸ ਵਾਲੇ ਕਹਿੰਦੇ ਨੇ ਕਿ ਕੁਝ ਨਹੀਂ ਸੀ ਅੰਨਾ ਹਜ਼ਾਰੇ, ਕੁਝ ਨਹੀਂ ਸੀ ਉਸ ਵਿੱਚ। ਉਹ ਆਪਣੇ ਆਪ ਨੂੰ ਮਾਡਰਨ ਗਾਂਧੀ ਭਾਵਾਂ ਖਵਾਉਂਦੇ ਹੋਣ, ਅਜੋਕਾ ਯੁੱਗ ਦੇ ਮਹਾਤਮਾ ਗਾਂਧੀ ਜੀ, ਪਰ ਉਹਨਾਂ ਦਾ ਇੱਕੋ ਇੱਕ ਮਕਸਦ ਜਿਹੜਾ ਸੀ ਉਹ ਇਹ ਸੀ ਕਿ ਕਿਸੇ ਨਾ ਕਿਸੇ ਤਰੀਕੇ ਮੋਦੀ ਨੂੰ ਅੱਗੇ ਲਿਆਉਣਾ, RSS ਦੇ ਏਜੰਡੇ ਨੂੰ ਅੱਗੇ ਵਧਾਉਣਾ ਤੇ ਕਾਂਗਰਸ ਦਾ ਥੱਲਾ ਲਾਉਣਾ, UPA 2 ਜਿਹੜੀ ਗਵਰਨਮੈਂਟ ਸੀ ਉਸਨੂੰ ਸੱਤਾ ਤੋਂ ਚੰਗੀ ਤਰ੍ਹਾਂ ਲਾਂਭੇ ਕਰਨਾ ਜੀ। ਲੋਕਪਾਲ, ਲੋਕਾਯੁਕਤ, ਇਸ ਤਰ੍ਹਾਂ ਦੇ ਮੁੱਦੇ ਉਠਾ ਕੇ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਇਤਿਹਾਸਿਕ ਅੰਦੋਲਨ ਜਿਹੜਾ ਖੜਾ ਕੀਤਾ ਗਿਆ ਜੀ। ਹੁਣ ਉਸ ਤੋਂ ਬਾਅਦ ਕੀ ਚੇਂਜ ਆਈ, ਕੀ ਹੋਇਆ ਅਗਲੇ 8-9 ਸਾਲਾਂ ਦੇ ਵਿੱਚ, ਉਹ ਤੁਸੀਂ ਦੇਖ ਸਕਦੇ ਹੋ ਜੀ, ਤੇ ਤੁਸੀਂ ਆਪ ਅੰਦਾਜ਼ਾ ਲਾ ਲਓ, ਫਿਰ ਕਿਤੇ ਗੱਲ ਕਰਾਂਗੇ ਇਸ ਬਾਰੇ ਜੀ। ਹੁਣ ਗੱਲ ਕਰਦੇ ਹਾਂ ਕਿ ਅੰਨਾ ਹਜ਼ਾਰੇ ਨੇ ਕੀ ਲਿਖ ਦਿੱਤਾ ਕੇਜਰੀਵਾਲ ਨੂੰ। ਅੰਨਾ ਹਜ਼ਾਰੇ, ਜਿਵੇਂ ਤੁਸੀਂ ਕਿਹਾ ਕਿ ਬੜੀ ਦੇਰ ਚੁੱਪ ਬੈਠੇ ਰਹੇ ਨੇ ਜੀ। ਅਸਲ ਵਿੱਚ ਮੈਂ ਜਿਹੜੀ ਕਿਤਾਬ ਦੀ ਗੱਲ ਕਰ ਰਿਹਾ ਸੀ ਪਹਿਲਾਂ ਉਹਦੀ ਕਰ ਲਵਾਂ ਕਿ ਮਯੰਕ ਗਾਂਧੀ ਲਿਖਦੇ ਨੇ ਜੀ ਕਿ ਮੈਂ ਕੇਜਰੀਵਾਲ ਨੂੰ ਪਹਿਲਾਂ ਦੱਸਿਆ ਹੋਇਆ ਸੀ, ਕੇਜਰੀਵਾਲ ਸਰਕਾਰ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ, ਜੋ ਮਨਮੋਹਨ ਸਿੰਘ ਸਰਕਾਰ ਦੂਸਰੀ ਸਰਕਾਰ ਸੀ ਜੀ, ਉਸ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਤੋਂ ਬਹੁਤ ਦੁਖੀ ਸੀ, ਜਾਂ ਉਸ ਦੇ ਖਿਲਾਫ ਕੋਈ ਅੰਦੋਲਨ ਖੜਾ ਕਰਨਾ ਚਾਹੁੰਦੇ ਸੀ। ਤੇ ਅੰਦੋਲਨ ਕਹਿੰਦੇ ਨੇ ਕਿ ਕਿਸੇ ਦੇ ਮੋਢਿਆਂ ਤੇ ਖੜਾ ਕੀਤਾ ਜਾਂਦਾ ਹੈ, ਕਿਸੇ ਇੱਕ ਚਿਹਰੇ ਦੇ ਬਿਹਾਫ ਤੇ ਖੜਾ ਕੀਤਾ ਜਾਂਦਾ ਹੈ ਜੀ। ਤੇ ਕੇਜਰੀਵਾਲ ਅਜੇ ਉਹ ਚਿਹਰਾ ਨਹੀਂ ਸੀ, ਭਾਵੇਂ IAS ਅਫਸਰ ਸਨ, ਭਾਵੇਂ ਉਹ ਇੱਧਰ ਨੂੰ ਆਉਣਾ ਚਾਹੁੰਦੇ ਸੀ, ਪਰ ਉਹਨਾਂ ਨੂੰ ਇਹ ਸਲਾਹ ਦਿੱਤੀ ਗਈ ਕਿ ਇਹ ਕੋਈ ਫੇਸ ਚਾਹੀਦਾ ਹੈ। ਤੇ ਫੇਸ ਉਹ ਕੌਣ ਹੋਵੇ? ਜਦੋਂ ਫੇਸ ਲੱਭਿਆ ਗਿਆ ਜੀ ਤੇ ਅੰਨਾ ਹਜ਼ਾਰੇ ਸੀ ਜੀ। ਹੋਰ ਲੋਕ ਵੀ ਇਸ ਵਿੱਚ ਜੁੜ ਗਏ, ਕਿਰਨ ਬੇਦੀ ਵੀ ਭਾਵੇਂ ਆਈ ਹੋਵੇ, ਪਰ ਉਹ ਚੋਣਾਂ ਇਸ ਤਰ੍ਹਾਂ ਬੁਰੀ ਤਰ੍ਹਾਂ ਹਾਰ ਗਈ ਦਿੱਲੀ ਵਿੱਚੋਂ, ਸਿਆਸੀ ਹਾਸ਼ੀਏ ਤੋਂ ਤੇ ਚੱਲ ਨਹੀਂ, ਗਵਰਨਰ ਵਗੈਰਾ ਸਟੇਟ ਦੀ ਬਣ ਗਏ ਜੀ। ਹੁਣ ਇਹ ਗੱਲ ਕਰਦੇ ਆ ਕਿ ਕੇਜਰੀਵਾਲ ਨੇ ਕਿਤਾਬ ਵੀ ਜਿਹੜੀ ਲਿਖੀ ਸੀ ਤੇ ਸਵਰਾਜ ਅਭਿਆਨ ਜਿਹੜਾ ਚਲਾਇਆ ਸੀ, ਜਿਸ ਵਿੱਚ ਯੋਗਿੰਦਰ ਯਾਦਵ ਤੇ ਹੋਰ ਬੜੇ ਲੋਕ ਸੀ, ਪ੍ਰਸ਼ਾਂਤ ਭੂਸ਼ਣ ਤੇ ਪਤਾ ਨਹੀਂ ਕੌਣ ਸੀ, ਭਗਵੰਤ ਮਾਨ ਵੀ ਪਹੁੰਚੇ ਉੱਥੇ, ਸਭ ਕੁਝ ਸੀ ਜੀ। ਬਹੁਤ ਲੰਬੀ ਸੂਚੀ ਹੈ ਤੇ ਬੜਾ ਵੱਡਾ ਅੰਦੋਲਨ ਚੱਲਿਆ ਸੀ ਜੀ। ਹੁਣ ਅੰਨਾ ਹਜ਼ਾਰੇ ਅੰਦੋਲਨ ਚਲਾਏ ਤੇ ਉਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਦੇ ਅੰਦੋਲਨ ਚਲਾ ਚੁੱਕੇ ਸੀ, ਤੇ ਉਹਨਾਂ ਦੀਆਂ 2-3 ਆਦਤਾਂ ਦੇ ਬਾਰੇ ਉਹ ਬਿਆਨ ਕਰਦੇ ਨੇ ਜੀ। ਇੱਕ ਤਾਂ ਭਾਈ ਉਹ ਜਿੱਦੀ ਨੇ ਜੀ, ਔਰ ਕੁਝ ਲੋਕਾਂ ਦੀ ਸੁਣਦਾ, ਜਿਹੜੇ ਉਹਦੇ ਆਸੇ-ਪਾਸੇ ਨੂੰ ਉਹਨਾਂ ਦੀ ਗੱਲ ਮੰਨ ਲੈਂਦਾ, ਹੋਰ ਕਿਸੇ ਦੀ ਸੁਣਦੇ ਨਹੀਂ। ਤੇ ਇੱਕ ਉਹਦੇ ਫੈਸਲੇ ਲੈਣ ਦੇ ਤਰੀਕੇ ਜਿਹੜੇ ਨੇ ਹੈਰਾਨੀਜਨਕ ਤੇ ਅਚਾਨਕ ਹੁੰਦੇ ਨੇ ਜੀ। ਇਹ 3 ਗੱਲਾਂ ਤੇ ਕਹਿੰਦੇ ਕਿ ਅੱਜ ਮੈਂ ਇੰਨੇ ਸਾਲਾਂ ਬਾਅਦ ਕਹਿ ਸਕਦਾ ਕਿ ਉਹ ਗੱਲਾਂ ਸੱਚੀਆਂ ਸਨ ਜੀ। ਹਾਂ, ਅੰਨਾ ਹਜ਼ਾਰੇ ਉਦੋਂ ਵੀ ਬਜ਼ੁਰਗ ਸਨ, ਅਜੇ ਵੀ ਬਜ਼ੁਰਗ ਨੇ, ਕਾਇਮ ਰਹਿਣ ਅਸੀਂ ਦੁਆ ਕਰਦੇ ਹਾਂ, ਪਰ ਕਹਿੰਦੇ ਜੇ ਉਹ 20 ਸਾਲ ਉਮਰ ਉਹਨਾਂ ਦੀ ਛੋਟੀ ਹੁੰਦੀ ਤੇ ਭਾਰਤ ਦਾ ਸਿਆਸੀ ਦ੍ਰਿਸ਼ ਹੋਰ ਹੁੰਦਾ ਜੀ। ਸ਼ਾਇਦ ਉਹ ਮਾਡਰਨ ਟੂਲ ਵਰਤ ਕੇ ਕਿਸੇ ਹੋਰ ਤਰੀਕੇ ਨਾਲ ਇਸ ਨੂੰ ਚਲਾਉਂਦੇ ਤੇ ਕਿਸੇ ਹੋਰ ਤਰੀਕੇ ਨਾਲ ਦੇਖਦੇ। ਉਹ ਉਮਰ ਦਰਾਜ਼ ਨੇ ਜੀ। ਹੁਣ
ਕੇਜਰੀਵਾਲ ਦੇ ਬਾਰੇ ਉਹਨਾਂ ਨੇ ਨਾਰਾਜ਼ਗੀ ਉਹਨਾਂ ਨੇ ਜ਼ਾਹਰ ਕੀਤੀ ਹੈ। ਮੈਂ ਇਹਨੂੰ ਦੋ ਤਰੀਕਿਆਂ ਨਾਲ ਵੇਖਦਾ। ਜੀ ਜੇ ਉਹਨਾਂ ਦਾ ਇਹ ਜਿਹੜਾ ਉਹਨਾਂ ਦਾ ਕਾਂਗਰਸ ਵੱਲੋਂ ਇਲਜ਼ਾਮ ਹੈ, ਮੈਂ ਉਸ ਨੂੰ ਆਪਣੇ ਤੌਰ ਤੇ ਵਿਅਕਤੀਗਤ ਤੌਰ ਤੇ ਮੈਂ ਨਕਾਰਦਾ ਕਿ ਉਹ ਤੇ ਮੋਦੀ ਦੇ ਸਟੂਈ ਸੀ ਜਾਂ ਮੋਦੀ ਦੇ ਕਹਿਣ ਤੇ ਉਹ ਆਏ। ਜੀ ਤੇ ਉਹ ਇਸ ਗੱਲ ਕਾਂਗਰਸ ਵਾਲੇ ਇਹ ਕਹਿੰਦੇ ਨੇ ਕਿ ਦੇਖੋ ਉਹਨਾਂ ਨੇ ਮੋਦੀ ਦੇ ਖਿਲਾਫ ਅੱਜ ਤਾਈਂ ਕੋਈ ਗੱਲ ਨਹੀਂ ਕੀਤੀ। ਜੀ ਹੁਣ ਇਸ ਗੱਲ ਦਾ ਇਹ ਤੇ ਜ਼ਿਆਦਾ ਤੇ ਅੰਨਾ ਹਜ਼ਾਰੇ ਜਾਣਦੇ ਹੋਣਗੇ ਜੀ ਕਿ ਉਹਨਾਂ ਨੇ ਕਿਉਂ ਨਹੀਂ ਗੱਲ ਅਜੇ ਤੱਕ ਪ੍ਰੋਪਰ ਕੀਤੀ ਤੇ ਸਰਕਾਰ ਦੇ ਖਿਲਾਫ ਜੇ ਕੋਈ ਅੰਦੋਲਨ ਸ਼ੁਰੂ ਕਰਨ ਦੀ ਗੱਲ ਤੋਰੀ ਵੀ ਤੇ ਫਿਰ ਵਾਪਸ ਲੈ ਲਈ। ਜੀ ਹੁਣ ਗੱਲ ਇਹ ਆ ਕਿ ਆਮ ਤੌਰ ਤੇ ਪੰਜਾਬ 'ਚ ਕਹਿੰਦੇ ਨੇ ਕਿ ਗੱਲ ਵੀ ਉਸੇ ਨੂੰ ਆਖੀ ਜਾਂਦੀ ਹੈ ਜਿਹੜਾ ਆਪਣਾ ਹੋਵੇ। ਜੀ ਕੇਜਰੀਵਾਲ ਦੇ ਸਾਬਕਾ ਸਾਥੀ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ। ਜੀ ਪਰ ਕੇਜਰੀਵਾਲ ਨੂੰ ਲਿਖਦੇ ਨੇ ਉਦੋਂ ਹੀ ਉਹਨਾਂ ਨੇ ਕੇਜਰੀਵਾਲ ਦੀ ਨਿਖੇਧੀ ਕਰਨੀ ਸ਼ੁਰੂ ਕਰਤੀ। ਤੁਸੀਂ ਸਰਕਾਰੀ ਘਰ ਕਿਉਂ ਲਿਆ, ਸਰਕਾਰੀ ਗੱਡੀ ਪਹਿਲਾਂ ਕਿਉਂ ਲਈ, ਫਲਾਨਾ ਦੇਖੋ, ਉਹਦੇ ਵੱਲ ਨੂੰ ਦੇਖੋ, ਮਮਤਾ ਬੈਨਰਜੀ ਛੋਟੇ ਜਿਹੇ ਘਰ 'ਚ ਰਹਿੰਦੀ ਹੈ। ਹੁਣ ਮੀਡੀਆ ਜਿਸ ਤਰ੍ਹਾਂ ਉਹਨਾਂ ਦੀ ਚਿੱਠੀ ਨੂੰ ਪੇਸ਼ ਕਰ ਰਿਹਾ ਉਹ ਇਹ ਹੈ ਕਿ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਜਿਹੜੇ ਘਪਲਿਆਂ ਦੀ ਗੱਲ, ਕੋਈ ਜਿਸ ਕਰਕੇ ਮਨੀਸ਼ ਸਿਸੋਦੀਆ ਤੇ ਰੇਡ ਵਗੈਰਾ ਪਈ ਹੈ, ਕਿ ਹੈ ਵੀ ਨਹੀਂ ਹੈ ਜਾਂ ਦਿੱਤੇ ਗਏ ਜਾਂ ਠੇਕੇਦਾਰ ਹੈ ਜਾਂ L1 ਲਾਇਸੈਂਸ ਜੋ ਵੀ ਹੈ, ਉਹ ਕੀ ਉਹਨਾਂ ਕਰਕੇ ਦੁਖੀ ਹੋ ਕੇ ਉਸ ਭ੍ਰਿਸ਼ਟਾਚਾਰ ਤੋਂ ਜਿਹੜੀ ਹੈ ਉਹ ਗੱਲ ਜਿਹੜੀ ਅੰਨਾ ਹਜ਼ਾਰੇ ਚਿੱਠੀ ਲਿਖੀ ਹੈ? ਨਹੀਂ, ਇਹ ਨਹੀਂ ਹੈ। ਮੈਂ ਕਲੀਅਰ ਕਰ ਦੇਵਾਂ, ਐਕਸਾਈਜ਼ ਪਾਲਿਸੀ ਤੇ ਬੋਲੇ ਨੇ। ਉਹਨਾਂ ਨੇ ਸਵਰਾਜ ਮੁਹਿੰਮ ਦਾ ਚੇਤਾ ਕਰਾਇਆ। ਕੇਜਰੀਵਾਲ ਨੂੰ ਆਖਿਆ ਕਿ ਤੂੰ ਭੁੱਲ ਗਿਆ ਸਾਰੀਆਂ ਗੱਲਾਂ ਜਿਹੜੇ ਤੂੰ ਵਾਅਦੇ ਕੀਤੇ ਹੋਏ ਸੀ। ਜੀ ਹੁਣ ਨਵੀਆਂ ਨੀਤੀਆਂ ਤੂੰ ਜਾਰੀ ਕਿਉਂ ਕਰ ਰਿਹਾ ਐਕਸਾਈਜ਼ ਦੀਆਂ? ਜੀ ਉਹ ਹਵਾਲਾ ਦਿੰਦੇ ਕਿ ਫਲਾਨੀ ਸਟੇਟ ਦੇ ਵਿੱਚ ਐਕਸਾਈਜ਼ ਦਾ ਇੱਕ ਵੀ ਪੈਸਾ ਸਰਕਾਰਾਂ ਨੂੰ ਨਹੀਂ ਆਉਂਦਾ, ਫਿਰ ਵੀ ਚੱਲ ਰਹੀਆਂ ਨੇ। ਤੇਰਾ ਧਿਆਨ ਸ਼ਰਾਬ ਵੇਚਣ ਤੇ ਇੰਨਾ ਜ਼ਿਆਦਾ ਕਿਉਂ ਹੈ? ਜੀ ਉਹ ਇਸ ਤਰ੍ਹਾਂ ਲਿਖ ਰਹੇ ਨੇ। ਔਰ ਇੱਕ ਲਿਖਦੇ ਨੇ ਕਿ ਜਿਹੜੀ ਪਾਲਿਸੀ ਬਣਾਉਣ ਤੇ ਤੂੰ ਇੰਨਾ ਜ਼ੋਰ ਲਾਈ ਫਿਰਦਾ ਹੈ, ਉਸ ਦੇ ਨਾਲ ਥਾਂ ਸ਼ਰਾਬ ਦੀਆਂ ਦੁਕਾਨਾਂ ਖੁੱਲਣਗੀਆਂ, ਠੇਕੇ ਖੁੱਲਣਗੇ, ਸ਼ਰਾਬ ਪੀਣ ਵਾਲੇ ਲੋਕ ਵਧਣਗੇ, ਉਹਨਾਂ ਨੂੰ ਹੱਲਾਸ਼ੇਰੀ ਮਿਲੇਗੀ। ਕਿਹੜਾ ਸਮਾਜ ਸਿਰਜਿਆ ਜਾਵੇਗਾ ਇਸ ਨਾਲ? ਹਿੰਸਾ ਤੇ ਔਰਤਾਂ ਦੇ ਖਿਲਾਫ ਹਿੰਸਾਤਮਕ ਕਾਰਵਾਈਆਂ ਦੇ ਵਿੱਚ ਵਾਧਾ ਹੁੰਦਾ ਹੈ। ਜੀ ਅੰਨਾ ਹਜ਼ਾਰੇ ਇਹ ਕਹਿ ਰਹੇ ਨੇ। ਸੋ ਅੰਨਾ ਹਜ਼ਾਰੇ ਦਾ ਇਹ ਇੱਥੇ ਹੱਦ ਤੱਕ ਉਹਨਾਂ ਦੀ ਗੱਲ ਠੀਕ ਹੈ। ਪਰ ਕੇਜਰੀਵਾਲ ਕੀ ਉਹਨਾਂ ਦਾ ਜਵਾਬ ਦਿੰਦੇ ਨੇ ਜਾਂ ਨਹੀਂ ਦਿੰਦੇ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ। ਪਰ ਕੇਜਰੀਵਾਲ ਨੂੰ ਇੱਕ ਫਟਕਾਰ ਜਿਹੜੀ ਹੈ ਉਹ ਪਈ ਹੈ। ਹਾਂ, ਇੱਕ ਗੱਲ ਹੈ ਕਿ ਉਹ ਇੱਕ ਓਲਡ ਸਕੂਲ ਦੇ ਵਿਦਿਆਰਥੀ ਨੇ ਅੰਨਾ ਹਜ਼ਾਰੇ, ਤੇ ਉਸ ਹਿਸਾਬ ਨਾਲ ਚਲਾਉਣਾ ਚਾਹੁੰਦੇ ਨੇ ਮੁਲਕ ਦੇ ਵਿੱਚ, ਉਹੋ ਜਿਹਾ ਸਿਸਟਮ ਲਿਆਉਣਾ ਚਾਹੁੰਦੇ ਨੇ। ਮੈਂ ਸਮਝਦਾ ਕਿ ਕੇਜਰੀਵਾਲ ਵਾਸਤੇ ਇੱਕ ਝਟਕਾ ਹੈ ਔਰ ਉਹਨਾਂ ਨੂੰ ਪੁਰਾਣੇ ਸਿਸਟਮ ਦਾ ਜੋ ਯਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਕਿੰਨੇ ਕੁ ਦਿਨ ਇਸ ਦਾ ਅਸਰ ਰਹੇਗਾ ਇਹਦਾ ਨਹੀਂ ਮੈਨੂੰ ਪਤਾ, ਪਰ ਇੱਕ ਉਹਨਾਂ ਨੂੰ ਮਾੜਾ ਜਿਹਾ, ਜਿਵੇਂ ਕਹਿੰਦੇ ਨੇ ਕਿ ਉਹਨਾਂ ਦੇ ਸਿਰ ਦੇ ਵਿੱਚ ਮਾੜੀ ਕੋਈ ਚੀਜ਼ ਪਾ ਦਿੱਤੀ ਹੈ ਉਹਨਾਂ ਨੇ, ਅੰਨਾ ਹਜ਼ਾਰੇ ਨੇ। ਸੋਚਣਗੇ ਜ਼ਰੂਰ, ਜਵਾਬ ਦੇਣਗੇ, ਇਹ ਨਹੀਂ ਪਤਾ। ਪਰ ਜ਼ਾਹਿਰਾ ਤੌਰ ਤੇ ਅੰਨਾ ਹਜ਼ਾਰੇ ਨਾਰਾਜ਼ ਨੇ, ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਹੁਣ ਦੂਸਰੀਆਂ ਪਾਰਟੀਆਂ ਇਸ ਮਾਮਲੇ ਤੇ ਕਿਵੇਂ ਬੋਲਦੀਆਂ ਨੇ, ਉਹ ਆਪਣੀ ਪੋਲੀਟੀਕਲ ਗੇਮ ਹੋਵੇਗੀ। ਮੈਂ ਸਿਰਫ ਉਹ ਦੋ ਸਾਥੀਆਂ ਦੀ, ਸਾਬਕਾ ਸਾਥੀਆਂ ਜਿਨ੍ਹਾਂ ਨੇ ਇੱਕ ਅੰਦੋਲਨ ਚਲਾਇਆ ਸੀ ਕਿਸੇ ਮੁੱਦੇ ਦੇ ਖਿਲਾਫ, ਲੋਕਾਯੁਕਤ ਦੀ, ਲੋਕਪਾਲ ਦੀ, ਉਹ ਵੀ ਲਿਖਦੇ ਨੇ ਕਿ ਤੂੰ ਹੁਣ ਉਹਦੀ ਵੀ ਗੱਲ ਨਹੀਂ ਕਰਦਾ, ਲੋਕਪਾਲ ਬਾਰੇ ਤੇਰਾ ਕੀ ਵਿਚਾਰ ਹੈ। ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਉਹਨਾਂ ਨੂੰ ਹਾਲੇ ਤੱਕ ਉਸ ਦਾ ਸਹੀ ਜਿਹੜਾ ਟੈਕਸਟ ਜਿਹੜਾ ਉਹ ਸਾਹਮਣੇ ਤਾਂ ਨਹੀਂ ਆਇਆ, ਪਰ ਜ਼ਾਹਿਰਾ ਤੌਰ ਤੇ ਜਿਹੜੇ ਅੰਨਾ ਹਜ਼ਾਰੇ ਨੇ ਉਹ ਨਾਰਾਜ਼ ਨੇ। ਜੀ ਹੀਰ ਸਾਹਿਬ, ਜਾਂਦੇ ਕੁਝ ਮਿੰਟਾਂ ਦੇ ਵਿੱਚ ਹੀ ਜੇ ਆਪਾਂ ਇਹ ਗੱਲ ਕਰ ਲਈਏ ਕਿ ਗੁਲਾਮ ਨਬੀ ਆਜ਼ਾਦ ਕਾਂਗਰਸ ਤੋਂ ਤਾਜ਼ਾ ਆਜ਼ਾਦ ਹੋਏ ਨੇ ਤੇ ਬਿਆਨ ਆਇਆ ਕਿ ਰਾਹੁਲ ਗਾਂਧੀ ਦੇਸ਼ ਨੂੰ ਸੰਭਾਲਣ ਦੇ ਸਮਰੱਥ ਨਹੀਂ ਆ। ਕਿਵੇਂ ਦੇਖਦੇ ਹੋ? ਇਹ ਗੱਲ ਬਹੁਤ ਬੰਦੇ ਕਹਿ ਰਹੇ ਨੇ, ਇਹ ਕੋਈ ਪਹਿਲੇ ਤਾਂ ਨਹੀਂ। ਉਹ ਜੀ ਤੁਸੀਂ ਜਿਵੇਂ ਯੂਪੀ ਦੇ ਵਿੱਚ ਮਸ਼ਹੂਰ ਹੈ, ਕਈ ਵਾਰੀ ਉੱਥੇ ਦੇ ਲੋਕਾਂ ਨਾਲ ਜਦੋਂ ਗੱਲਬਾਤ ਹੁੰਦੀ, ਮੇਲ ਮਿਲਾਪ ਹੁੰਦਾ, ਉਹ ਕਹਿੰਦੇ ਕਿ ਸਾਡੇ ਤੇ ਜਦੋਂ ਭਾਵੇਂ ਛੋਟਾ ਤੋਂ ਛੋਟਾ ਪਿੰਡ ਹੋਵੇ, ਭਾਵੇਂ ਕੋਈ ਪੜ੍ਹਿਆ ਲਿਖਿਆ ਹੋਵੇ, ਕੋਈ ਅਨਪੜ੍ਹ ਹੋਵੇ, ਪਿੰਡ ਦੀ ਚੌਪਾਲ ਦੇ ਵਿੱਚ ਜਦੋਂ ਬਹਿ ਜਾਂਦੇ ਨੇ ਤੇ ਫਿਰ ਖੂਬ ਰਾਜਨੀਤੀ ਚੱਲਦੀ ਹੈ। ਜੀ ਰਾਹੁਲ ਗਾਂਧੀ ਬਾਰੇ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਵੱਡੇ ਜਰਨਲਿਸਟ, ਵੱਡੇ ਚਿੰਤਕ, ਵਿਚਾਰਕ ਸ਼ਰੇਆਮ ਸਟੇਜਾਂ ਤੇ ਭਾਵੇਂ ਨਾ ਕਹਿੰਦੇ ਹੋਣ, ਪਰ ਬਹੁਤ ਸਾਰੇ ਲੋਕਾਂ ਨੇ ਇਹ ਜਿਹੜੀ ਗੱਲ ਹੈ ਉਹ ਅੰਦਰ ਖਾਤੇ ਕੀਤੀ ਹੈ, ਦਬਮੀ ਆਵਾਜ਼ ਵਿੱਚ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਬਹੁਤਾ ਬੋਲਦੇ ਨਹੀਂ ਸੀ, ਫਿਰ ਕਹਿੰਦੇ ਕਿ ਬੱਚੇ ਨੇ ਅਜੇ ਵੀ ਕੋਈ ਉਹਨਾਂ ਨੇ ਬਹੁਤ ਜ਼ਿਆਦਾ ਖਿਲਾਫ ਗੱਲ ਨਹੀਂ ਕੀਤੀ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਦੇ, ਪਰ ਇਹਨਾਂ ਤਾਂ ਜ਼ਰੂਰ ਕਹਿ ਦਿੱਤਾ ਨਾ ਕਿ ਉਹ ਅਜੇ ਤੱਕ ਰੈਡੀ ਨਹੀਂ ਉਹ ਕਰਨ ਦੇ, ਤਿਆਰ ਨਹੀਂ ਚਲਾਉਣ ਦੇ। ਗੁਲਾਮ ਨਬੀ ਆਜ਼ਾਦ ਜਿਹੜੇ ਨੇ ਉਹਨਾਂ ਦਾ ਜਾਣਾ ਕਾਂਗਰਸ ਲਈ ਬਹੁਤ ਵੱਡਾ ਝਟਕਾ ਹੈ, ਰਾਹੁਲ ਗਾਂਧੀ ਲਈ ਪਰਸਨਲ ਤੌਰ ਤੇ ਝਟਕਾ ਹੈ। ਜੀ ਰਾਹੁਲ ਗਾਂਧੀ ਇਸ ਨੂੰ ਕਿਵੇਂ ਦੇਖਦੇ ਨੇ ਜਾਂ ਕਿਵੇਂ ਪੁੱਟ ਅਪ ਕਰਦੇ ਨੇ ਫੇਸ ਆਪਣਾ, ਕੀ ਜਵਾਬ ਦਿੰਦੇ ਨੇ, ਮੈਨੂੰ ਲੱਗਦਾ ਨਹੀਂ ਉਹ ਉਹਨਾਂ ਕੋਲ ਇਸ ਦਾ ਕੋਈ ਬਹੁਤ ਵੱਡਾ ਜਵਾਬ ਹੋਵੇਗਾ। ਰਾਹੁਲ ਗਾਂਧੀ ਹੋਰ ਜ਼ਿਆਦਾ ਖਿਸਕਦੇ ਜਾ ਰਹੇ ਨੇ ਤੇ ਭਾਜਪਾ ਜਿਹੜੀ ਹੈ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਕਾਂਗਰਸ ਨੂੰ ਜਾਂ ਰਾਹੁਲ ਗਾਂਧੀ ਨੂੰ ਹੁਣ ਬਹੁਤਾ ਸੀਰੀਅਸਲੀ ਵੀ ਨਹੀਂ ਲੈ ਰਹੇ। ਇੱਕ ਗੱਲ ਹੋਰ ਹੈ ਕਿ ਕੁਝ ਅੱਜ ਤੋਂ ਤੁਸੀਂ 3-4 ਸਾਲ ਪਹਿਲਾਂ ਦੇ ਬਿਆਨ ਚੁੱਕ ਕੇ ਦੇਖ ਲਓ, ਭਾਜਪਾ ਵਾਲੇ ਸਿੱਧੇ ਟਾਰਗੇਟ ਕਰਦੇ ਸਨ ਰਾਹੁਲ ਗਾਂਧੀ ਨੂੰ, ਸੋਨੀਆ ਨੂੰ ਤੇ ਹੋਰਨਾਂ ਨੂੰ।
ਜੀ ਉਹ ਅੱਜ ਕੱਲ੍ਹ ਬਹੁਤਾ ਜ਼ਿਕਰ ਵੀ ਨਹੀਂ ਕਰਦੇ। ਜੀ ਸਿੱਧੀ ਉਹ ਲੋਕਾਂ ਦੀ ਜਿਹੜੀ ਨੀਤੀਆਂ ਨੇ ਜਾਂ ਜਿਹੜਾ ਜੋ ਲੋਕਾਂ ਨਾਲ ਕਰਨਾ ਚਾਹੁੰਦੇ ਨੇ ਜਾਂ ਹੋਰ ਨਾ ਲੋਕਾਂ ਤੇ ਉਹ ਇਸ਼ਕੰਜਾ ਕੱਸਦੇ ਨੇ, ਪਰ ਇਹਨਾਂ ਦਾ ਬਹੁਤਾ ਜ਼ਿਕਰ ਵੀ ਨਹੀਂ ਕਰਦੇ। ਤੁਸੀਂ ਬੇਸ਼ੱਕ ਫੋਲ ਕੇ ਦੇਖ ਲਓ, ਮੈਨੂੰ ਇਸ ਤਰ੍ਹਾਂ ਲੱਗਿਆ। ਸੋ ਇਹ ਹੈ ਕਿ ਗੁਲਾਮ ਨਬੀ ਆਜ਼ਾਦ ਦਾ ਜਾਣਾ ਬਹੁਤ ਵੱਡਾ ਝਟਕਾ ਹੈ ਕਾਂਗਰਸ। ਜੀ ਹੀਰ ਸਾਹਿਬ, ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਜੀ। ਤੁਸੀਂ ਦੇਖ ਰਹੇ ਪ੍ਰੋਗਰਾਮ ਵਿਚਾਰ ਚਰਚਾ। ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਾ, ਕਮੈਂਟ ਕਰਕੇ ਜ਼ਰੂਰ ਦੱਸਣਾ। ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।